ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਅੱਜ ਸ਼੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਢਿੰਡਰਾਂ ਵਾਲੇ ਮਹਾਂਪੁਰਖਾਂ ਦਾ ਦੁਸਹਿਰਾ ਸਮਾਗਮ ਗੁਰਦੁਆਰਾ ਅਖੰਡ ਪ੍ਰਕਾਸ਼ ਢਿੰਡਰਾਂ ਵਿਖੇ ਮਨਾਇਆ ਗਿਆ ਹੈ। ਮਹਾਂਪੁਰਖਾਂ ਦੀ ਪਵਿੱਤਰ ਯਾਦ ਵਿੱਚ ਅਖੰਡਾਂ ਪਾਠਾਂ ਦੇ ਭੋਗ ਪਏ ਔਰ ਦੀਵਾਨ ਹਾਲ ਵਿੱਚ ਮਹਾਂਪੁਰਖਾਂ ਦੀ ਯਾਦ 'ਚ ਰੱਖੇ ਹੋਏ ਸਹਿਜ ਪਾਠ ਦੇ ਭੋਗ ਪਏ। ਦਰਬਾਰ ਸਾਹਿਬ ਦੇ ਸਿੰਘ ਸਾਹਿਬ ਵੱਲੋਂ ਮਹਾਂਪੁਰਖਾਂ ਦੇ ਜੀਵਨ ਸੰਬੰਧੀ ਵਿਚਾਰ ਗੋਸ਼ਟੀ ਹੋਈ ਔਰ ਆਏ ਮੁੱਖ ਵਾਕ ਦੀ ਵਿਚਾਰ ਸੰਗਤਾਂ ਨੇ ਸ਼ਰਵਣ ਕੀਤੀ। ਮਹਾਂਪੁਰਖ ਜਿਹੜੇ ਸੀ ਉਹ ਜੋ ਗ੍ਰੰਥਕਾਰਾਂ ਨੇ 7 ਭੂਮਿਕਾ ਲਿਖੀਆਂ। ਸ਼ੁਭ ਇੱਛਾ ਕਿ ਹਰ ਵੇਲੇ ਸ਼ੁਭ ਇੱਛਾ ਹੀ ਪੈਦਾ ਹੋਣੀ, ਸੋ ਵਿਚਾਰਨਾ ਸ੍ਰੇਸ਼ਟ ਵਿਚਾਰ ਦੀ ਪ੍ਰਾਪਤੀ ਹੋਣੀ, ਤਨੂੰ ਮਾਨਸਾ ਬਾਸ਼ਨਾ ਸਾਰੀਆਂ ਸੂਖਸ਼ਮ ਹੋ ਜਾਣੀਆਂ, ਸਤਵਾਪਤ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਣੀ, ਅਸੰਗ ਸ਼ਕਤੀ ਹੈ ਦੁਨੀਆ ਦੀ ਜਿਹੜੀ ਪਕੜ ਆ ਉਹ ਖਤਮ ਹੋ ਜਾਣੀ, ਪਦਾਰਥ ਭਾਵ ਨਹੀਂ ਪਦਾਰਥਾਂ ਦਾ ਮਨ ਚੋਂ ਭਾਵ ਹੋ ਜਾਣਾ, ਸਤਵੀਂ ਤੁਰਿਆ ਆਤਮ ਪਦ ਦੀ ਬ੍ਰਹਮ ਪਦ ਦੀ ਪਰਮ ਧਾਮ ਦੀ ਪ੍ਰਾਪਤੀ ਹੋ ਜਾਣੀ। ਉਹ ਇਸ ਅਵਸਥਾ ਦੇ ਵਿੱਚ ਵਿਚਰਨ ਵਾਲੇ ਮਹਾਂਪੁਰਖ ਸੀਗੇ, ਕਿਉਂਕਿ ਉਹਨਾਂ ਨੂੰ ਪੂਰਨ ਮਹਾਂਪੁਰਖਾਂ ਦੀ ਸੰਗਤ ਜਿਹੜੀ ਹੈ ਪ੍ਰਾਪਤ ਹੋ ਗਈ ਸੀ। ਕਿਉਂ ਮਹਾਂਪੁਰਖਾਂ ਦੀ ਜਿਹੜੀ ਸੰਗਤ ਹੈ ਉਹਦੇ ਦੁਆਰਾ ਇਹ ਅਵਸਥਾ ਮਿਲਦੀਆਂ ਹਨ। ਦੁਨਿਆਵੀ ਤੌਰ 'ਤੇ ਵੀ ਉਹਨਾਂ ਨੇ ਵਿਦਿਆ ਦਾ ਅਧਿਐਨ ਕੀਤਾ ਔਰ ਪਰਮਾਰਥੀ ਤੌਰ 'ਤੇ ਜੋ ਬ੍ਰਹਮ ਵਿਦਿਆ ਹੈ ਉਸ ਨੂੰ ਵੀ ਉਹਨਾਂ ਨੇ ਪ੍ਰਾਪਤ ਕੀਤਾ ਔਰ ਸੰਗਤ ਦਾ ਹੁਕਮ ਮੰਨਦਿਆਂ ਹੋਇਆਂ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਦੇ ਸੱਚਖੰਡ ਜਾਣ ਤੋਂ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਔਰ ਉਹਨਾਂ ਦੇ ਭਰਾਤਾ ਬਾਬਾ ਇੰਦਰ ਸਿੰਘ ਜੀ, ਸੰਤ ਅਜੈਬ ਸਿੰਘ ਜੀ, ਸੰਤ ਨਰੈਣ ਸਿੰਘ ਲੁਧਾਈ ਵਾਲੇ ਮਹਾਂਪੁਰਖ ਉਹਨਾਂ ਦਾ ਹੁਕਮ ਮੰਨ ਕੇ ਉਹਨਾਂ ਨੇ ਸੰਪਰਦਾ ਦੀ ਜੋ ਸੇਵਾ ਸੀ ਸੰਭਾਲੀ ਅਤੇ ਆਤਮ ਪਦ ਦੀ ਅਵਸਥਾ ਨੂੰ ਉਹਨਾਂ ਨੇ ਪ੍ਰਾਪਤ ਕੀਤਾ। ਨਾ ਇਹ ਬੁੱਢਾ ਨਾ ਇਹ ਬਾਲਾ, ਨਾ ਇਸ ਦੁੱਖ ਨਹੀਂ ਜਮ ਜਾਲਾ, ਨਾ ਇਹ ਬਿਨਸਾ ਨਾ ਹੋ ਜਾਏ, ਆਦਿਵਾਦੀ ਰਹਿ ਸਮਾਏ, ਨਾ ਇਸ ਉਸਨ ਨਹੀਂ ਇਹ ਸੀਤ, ਨਾ ਇਸ ਦੁਸ਼ਮਨ ਨਾ ਇਸ ਮੀਤ, ਨਾ ਇਸ ਹਰਖ ਨਹੀਂ ਇਸ ਸੋਗ, ਸਭ ਕਿਛ ਇਸ ਕਾ ਇਹ ਕਰਨੇ ਜੋਗ। ਬਾਲਕ ਬੁੱਢਾ ਜੋ ਨਹਿ ਤਰਨਾ, ਜਾਹੇ ਕਦਾਚਿਤ ਜਨਮ ਨਾ ਮਰਨਾ, ਜਾ ਕੋ ਭੂਖ ਪਿਆਸ ਨਾ ਥੋਰੀ, ਜੇ ਬਿਸਰੇ ਤੇ ਹਵੈ ਦੁੱਖ ਹੋਰੀ। ਕਿਉਂਕਿ ਮਹਾਂਪੁਰਖਾਂ ਨੇ ਪੂਰਨ ਜਿਹੜੀ ਅਵਸਥਾ ਸੀ ਉਹ ਪ੍ਰਾਪਤ ਕੀਤੀ। ਜੀਵ ਖਟ ਬਕਾਰੀ ਹੈ ਜਨਮ ਅਸਤ ਅਰ ਬਿਰਧ ਪ੍ਰਣਾਮਾ, ਖੀਨ ਹੁਣ ਮਰਨੋ ਦੁੱਖ ਧਾਮਾ, ਖਟ ਬਕਾਰ ਆਤਮ ਮੈਂ ਨਹੀਂ। ਇਹ 6 ਬਕਾਰ ਹੈ ਅਤੇ ਭਗਵਾਨ ਦੇ ਵਿੱਚ ਗੁਣ ਹੈ ਜਸ ਐਸ਼ਵਰਜ ਵੈਰਾਗ ਉਦਾਰ, ਲਛਮੀ ਗਿਆਨ ਸੋ ਪੂਰਨ ਧਾਰ,
खाट बकार जन्मन और मरण, ये शरीर के दोनों वर्ण। 14 त्रिखा दो प्राणन केर, हर क्षोभ मन को जोग हेर। ਇਹ ਮੰਨਦੇ ਹੈ, ਪਰ ਜਦੋਂ ਆਤਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ 6 ਵਿਕਾਰ ਤੇ ਸਰੀਰ ਦੇ ਆ, ਜਿਹੜਾ ਭਗਵਾਨ ਆ ਉਹਦੇ ਵਿੱਚ 6 ਗੁਣ ਇਹ ਕਥਨ ਕੀਤੇ ਆ। ਅਤੇ ਜਦੋਂ ਫਿਰ ਉਹਦੇ ਨਾਲ ਭੇਦ ਅਵਸਥਾ ਹੋ ਜਾਂਦੀ ਹੈ, ਉਹ ਸਾਰੀਆਂ ਚੀਜ਼ਾਂ ਉਸ ਗਿਆਨਵਾਨ ਮਹਾਂਪੁਰਖ ਦੇ ਅੰਦਰ ਜਿਹੜੀਆਂ ਉਹ ਪ੍ਰਗਟ ਹੋ ਜਾਂਦੀਆਂ ਹਨ। ਇਸ ਵਾਸਤੇ ਜਿਹੜੇ ਉਹ ਮਹਾਂਪੁਰਖ ਆ, ਉਹਨਾਂ ਦੀ ਜਿਹੜੀ ਅਵਸਥਾ ਉਹ ਬੜੀ ਅਲੌਕਿਕ ਹੈ। ਉੱਥੇ ਜਾ ਕੇ ਫਿਰ ਕੋਈ ਦਵੈਸ਼ ਵਾਲਾ ਈਰਖਾ ਵਾਲਾ ਭਾਵ ਨਹੀਂ ਰਹਿੰਦਾ, ਕਿਉਂਕਿ ਜਿਵੇਂ ਬਾਣੀ ਦੱਸਿਆ ਹਰ ਕੁਛ ਇਹ ਦਵੰਦਾਵਾਦ ਖਤਮ ਹੋ ਜਾਂਦਾ ਹੈ। ਹਰ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ, ਕੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਕਿਉਂਕਿ ਉਹਨਾਂ ਦੇ ਅੰਦਰਲੀਆਂ ਗੱਲਾਂ ਨੂੰ ਵਰਣਨ ਕਰਨਾ ਬੜਾ ਔਖਾ ਹੈ। ਸੋ ਸੰਵੇਦ ਨੇ ਕਹਿ ਸਕੂੰ ਲੱਛਣ ਸੰਤ ਮਹੰਤ, ਪਰ ਸੰਵੇਦ ਕਹੂੰ ਕਛੂ ਸੰਗ ਪ੍ਰਤਾਪ ਕਹੰਤ। ਕਹਿੰਦੇ ਹੁਣ ਬਾਹਰ ਦੀ ਕਿਰਿਆ ਤਾਂ ਕੋਈ ਦੱਸ ਦਊਗਾ, ਜਿਹੜੇ ਉਹਨਾਂ ਦੇ ਅੰਤਰ ਆਤਮੇ ਵਰਤਦਾ ਆ, ਉਹ ਕਹਿਣਾ ਬੜਾ ਕਠਿਨ ਹੈ। ਉਸ ਨੂੰ ਉਹ ਆਪ ਜਾਣਦੇ ਆ, ਜਾਂ ਦਰਵੇਸ਼ਾਂ ਕੋ ਜਾਣ ਸੀ ਬਿਰਲਾ ਕੋ ਦਰਵੇਸ਼। ਕਿ ਬਾਣੀ ਵਿੱਚ ਪੰਚਮ ਪਾਤਸ਼ਾਹ ਨੇ ਸਹਿਜ ਕਰਦੀ ਇਹ ਸਲੋਕਾਂ 'ਚ ਵੀ ਮਹਾਂਪੁਰਖਾਂ ਦੇ ਗੁਣ ਵਰਣਨ ਕੀਤੇ ਹੈ। ਮੰਤਰੰ ਰਾਮ ਰਾਮ ਨਾਮ ਧਿਆਨੰ ਸਰਵਤਰ ਪੂਰਨ ਹੈ, ਗਿਆਨੰ ਸਮ ਦੁਖ ਸੁਖਮ ਸੁਖਮ ਜੁਗਤ ਨਿਰਮਲ ਨਿਰਵੈਰਣ ਹੈ, ਦਿਆਲੰ ਸਰਵਤਰ ਜੀਆ ਪੰਚ ਦੋਖ ਵਿਵਰਜਿਤ ਹੈ, ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ, ਉਪਦੇਸ਼ ਸਮ ਮਿੱਤਰ ਸਤਰੈ ਭਗਵੰਤ ਭਗਤ ਭਾਵਨੇ, ਪਰ ਨਿੰਦਾ ਨਹਿ ਸਰੋਤ ਸ਼ਰਵਣੰ ਆਪ ਤਿਆਗ ਸਭ ਲੈਣ ਕਾ ਹੈ, ਘਟ ਲਖਣ ਪੂਰਨੰ ਪੁਰਖ ਹੈ, ਨਾਨਕ ਨਾਮ ਸਾਧ ਸੁਵਜਨ। ਔਰ 6 ਲੱਛਣ ਵਰਣਨ ਕੀਤੇ ਹੈ। ਥੋੜ੍ਹੇ ਵਿੱਚ ਦੱਸਿਆ ਜਿਨ੍ਹਾਂ ਸਾਸ ਵਿਰਾਸਨ ਵਿਸਰੈ ਹਰ ਨਾਮਾ ਮਨਵੰਤ, ਤਾਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਹਰ ਨਫਸ ਦਾ ਰੇਦ ਦਿਲ ਰਾਮ ਸੂਏ ਹੱਕ, ਸ਼ੁੱਧ ਮੂਤਰ ਮਗਜੋ ਸਾ ਅੱਜ ਬੂਏ ਹੱਕ। ਇਹ ਜ਼ਿੰਦਗੀ ਨਾਮੇ 'ਚ ਭਾਈ ਨੰਦ ਲਾਲ ਨੇ ਵੀ ਦੱਸਿਆ ਕਿ ਆਪਣੇ ਮਨ ਨੂੰ ਸਵਾਸ ਨਿਰੰਕਾਰ ਨਾਲ ਜੋੜੀ ਰੱਖਦੇ ਆ। ਉਹਨਾਂ ਦਾ ਮਗਜ ਮਨ ਜਿਹੜਾ ਵਾਹਿਗੁਰੂ ਦੀ ਭਗਤੀ ਦੇ ਨਾਲ ਸੁਗੰਧਿਤ ਹੋਇਆ ਹੁੰਦਾ ਹੈ। ਐਸੇ ਉਹ ਮਹਾਂਪੁਰਖ ਸਨ। ਅਤ ਕਿਰਪਾਲ ਨੇ ਦ੍ਰੋਹ ਚਿਤ ਸਹਿਨਸ਼ੀਲਤਾ ਸਾਰ, ਸਮਦਮ ਆਦ ਅਕਾਮ ਮਤ ਮ੍ਰਿਦਲ ਸਰਬ ਉਪਕਾਰ। ਕਿ ਉਹ ਮਹਾਂਪੁਰਖ ਜਿਹੜੇ ਉਹਨਾਂ 'ਚ ਦਿਆਲੂ ਸੁਭਾਅ ਬੜਾ ਹੁੰਦਾ ਹੈ, ਔਰ ਛਲ ਤੋਂ ਰਹਿਤ ਜੀਵਨ ਹੁੰਦਾ ਹੈ। ਆਦਰ ਨਰਾਦਰ ਵਿੱਚ ਉਹ ਇੱਕ ਸਮਾਨ ਰਹਿੰਦੇ ਆ। ਸ੍ਰੇਸ਼ਟ ਵਿਚਾਰਾਂ ਵਿੱਚ ਹਰ ਵੇਲੇ ਵਿਚਰਦੇ ਆ, ਜਾਂ ਤਾਂ ਮੌਨ ਰਹਿੰਦੇ ਆ ਜਦੋਂ ਬਚਨ ਕਰਦੇ ਆ, ਅਤੇ ਗਿਆਨ ਅਵਸਥਾ ਦੇ ਝਾਂਕਿਆਂ ਦੀ ਨਿਵਰਤੀ ਵਾਲੇ। ਔਰ ਜਿਹੜੇ ਮਨ ਇੰਦਰੇ ਆ ਉਹਨਾਂ ਨੂੰ ਕਾਬੂ ਕੀਤਾ, ਉਹ ਕਿਸੇ ਪ੍ਰਕਾਰ ਦੀ ਉਹਨਾਂ ਦੀ ਇੱਛਾ ਨਹੀਂ। ਸੁਭਾਅ ਬੜਾ ਉਹਨਾਂ ਦਾ ਕੋਮਲ ਹੁੰਦਾ ਹੈ, ਸਾਰਿਆਂ ਦੇ ਪਰਉਪਕਾਰ ਕਰਦੇ ਆ। ਅਤ ਕਿਰਪਾਲ ਨੇ ਦ੍ਰੋਹ ਚਿਤ ਸਹਿਨਸ਼ੀਲਤਾ ਸਾਰ, ਸਮਦਮ ਆਦ ਅਕਾਮ ਮਤ ਮ੍ਰਿਦਲ ਸਰਬ ਉਪਕਾਰ। ਕੋਮਲ ਸੁਭਾਅ, ਕਾਮਨਾ ਤੋਂ ਰਹਿਤ ਹੈ, ਮਨ ਨੂੰ ਕਾਬੂ ਕੀਤਾ, ਇੰਦਰੀਆਂ ਨੂੰ ਕਾਬੂ ਕੀਤਾ,
ਸਾਰਿਆਂ ਦੇ ਪਰਉਪਕਾਰ ਕਰਦੇ, ਕਿਰਪਾਲੂ ਬਹੁਤ ਆ, ਕਿਸੇ ਨਾਲ ਧੋਖਾ ਨਹੀਂ ਕਰਦੇ, ਸਹਿਣਸ਼ੀਲਤਾ ਆਦਿਕ ਸ੍ਰੇਸ਼ਟ ਗੁਣ ਸਾਰੇ ਉਹਨਾਂ ਵਿੱਚ ਹੁੰਦੇ ਆ। ਆਤਮ ਵਿੱਤ ਜੋ ਅਨੀ ਸੋਚ ਨਿਹ ਕੰਚਨ ਗੰਭੀਰ, ਅਪਰਮੇਘ ਮਤਸਰ ਰਹਿਤ ਮੋਨ ਤਪ ਸ਼ਾਂਤ ਸੋਧੀ। ਫਿਰ ਕਹਿੰਦੇ ਆ ਉਹ ਆਪਣੇ ਆਤਮਾ ਨੂੰ ਜਾਣਨ ਵਾਲੇ ਹੁੰਦੇ ਆ, ਇੱਛਾ ਤੋਂ ਰਹਿਤ ਹੁੰਦੇ ਆ, ਪਵਿੱਤਰ ਜੀਵਨ ਵਾਲੇ ਹੁੰਦੇ ਆ, ਤਿਆਗੀ ਬਹੁਤ ਹੁੰਦੇ ਆ, ਡੂੰਘੇ ਸੁਭਾਅ ਵਾਲੇ ਹੁੰਦੇ ਆ, ਹਰੇਕ ਉਹਨਾਂ ਨੂੰ ਸਮਝ ਨਹੀਂ ਸਕਦਾ। ਉਹਨਾਂ ਦਾ ਜਿਹੜਾ ਗਿਆਨ ਉਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਈਰਖਾ ਆਦਿਕਾਂ ਤੋਂ ਰਹਿਤ ਹੁੰਦੇ ਆ, ਮੁਨੀ ਮੰਨਣਸ਼ੀਲ ਹੁੰਦੇ ਆ, ਗਿਆਨ ਨੂੰ ਪੈਦਾ ਕਰਨ ਵਾਲੇ ਤਪੱਸਵੀ ਸ਼ਾਂਤ ਸੁਭਾਅ ਵਾਲੇ ਹੁੰਦੇ ਆ, ਔਰ ਸ੍ਰੇਸ਼ਟਾਚਾਰ ਵਾਲੇ ਬਹੁਤ ਧੀਰਜਵਾਨ ਹੁੰਦੇ ਹਨ। ਜਿਤ ਖਟ ਗੁਣ ਤ੍ਰਿਤ ਮਾਨ ਕਬ ਮਾਨਦ ਆਪਾ ਮਾਨ, ਸਤ ਪ੍ਰੀਤ ਅਨੀਤ ਗਤ ਕਰਨਾ ਸੀਲ ਨਿਦਾਨ। ਉਹਨਾਂ ਦੇ ਵਿੱਚ ਐਸੇ ਇਹ 6 ਗੁਣ ਜਿਹੜੇ ਦੱਸੇ ਆ ਸਿਆਣੇ ਪੁਰਸ਼ਾਂ ਨੂੰ। ਧੀਰਜਵਾਨ ਆ, ਕਵੀ ਹੁੰਦੇ ਆ, ਪ੍ਰਵਾਹ ਚੱਲਦਾ, ਅਤੇ ਦੂਸਰੇ ਗੁਰਮੁਖਾਂ ਨੂੰ ਪਿਆਰ ਸਤਿਕਾਰ ਬਹੁਤ ਦਿੰਦੇ ਆ। ਆਪ ਜਿਹੜੇ ਹੈ ਹੰਕਾਰ ਤੋਂ ਅਭਿਮਾਨ ਤੋਂ ਰਹਿਤ ਹੁੰਦੇ ਆ, ਐਸਾ ਉਹਨਾਂ ਦਾ ਜੀਵਨ ਹੁੰਦਾ ਹੈ। ਸੱਚ ਨਾਲ ਉਹਨਾਂ ਦਾ ਪਿਆਰ ਹੁੰਦਾ, ਔਰ ਕਿਸੇ ਨਾਲ ਬੇਅਨਿਆਈ ਨਹੀਂ ਕਰਦੇ, ਇਹ ਤਾਂ ਭਾਵਨਾ ਮੁੱਕ ਜਾਂਦੀ। ਕਿਰਪਾਲੂ ਬੜੇ ਹੁੰਦੇ ਆ, ਬ੍ਰਹਮਚਾਰੀ ਸੀਲ ਸੁਭਾਅ ਵਾਲੇ, ਔਰ ਸਹਿਣਸ਼ੀਲਤਾ ਦੇ ਖਜ਼ਾਨੇ, ਔਰ ਪਰਮੇਸ਼ਰ ਦਾ ਨਾਮ ਹਰ ਵੇਲੇ ਜਪਦੇ ਆ, ਸਾਰੇ ਉਹਨੂੰ ਪਰਿਪੂਰਨ ਜਾਣਦੇ ਆ, ਅਤੇ ਆਪਣੀ ਸੁਰਤੀ ਬਿਰਤੀ ਹਰ ਵੇਲੇ ਮਾਲਕ ਨਾਲ ਜੋੜੀ ਰੱਖਦੇ ਆ। ਦੁੱਖ ਆ ਜਾਏ ਸੁੱਖ ਆ ਜਾਏ ਇੱਕ ਸਮਾਨ ਰਹਿੰਦੇ ਆ, ਨਿਰਵੈਰ ਹੁੰਦੇ, ਵੈਰ ਭਾਵਨਾ ਨਹੀਂ ਹੁੰਦੀ, ਹਰ ਇੱਕ ਅੰਦਰ ਪਰਮਾਤਮਾ ਦੀ ਜੋਤ ਦੇਖਦੇ ਆ। ਇਸ ਕਰਕੇ ਸਭ ਨਾਲ ਪਿਆਰ ਕਰਦੇ ਆ, ਬਕਾਰਾਂ ਤੋਂ ਨਿਰਲੇਪ ਆ, ਔਰ ਕਵਲ ਫੁੱਲ ਦੇ ਨਿਆਂਈ ਜਿਵੇਂ ਹੁੰਦਾ, ਉਹ ਮਾਇਆ ਵਿੱਚ ਨਿਰਲੇਪ ਰਹਿੰਦੇ ਆ। ਪਦਾਰਥਾਂ ਦਾ ਕੋਈ ਲਗਾਅ ਹੁੰਦਾ ਹੀ ਨਹੀਂ। ਬੈਰੀ ਆ ਚਾਹੇ ਮਿੱਤਰ ਆ, ਇੱਕ ਸਮਾਨ ਉਹਨਾਂ ਦੀ ਦ੍ਰਿਸ਼ਟੀ ਹੁੰਦੀ, ਸਮਦ੍ਰਿਸ਼ਟਾ ਹੋ ਜਾਂਦੇ ਆ, ਔਰ ਕਿਸੇ ਨਾਲ ਬੈਰ ਵਿਰੋਧ ਨਹੀਂ ਕਰਦੇ, ਨਾ ਕਿਸੇ ਦੀ ਨਿੰਦਿਆ ਸੁਣਦੇ ਆ, ਨਾ ਕਰਦੇ ਆ। ਹੰਕਾਰ ਨੂੰ ਨੇੜੇ ਟੁਕਣੇ ਨਹੀਂ ਦਿੰਦੇ, ਔਰ ਸਾਰਿਆਂ ਦੇ ਚਰਨਾਂ ਦੀ ਉਹ ਧੂੜ ਬਣ ਕੇ ਰਹਿੰਦੇ ਆ। ਐਸਾ ਉਹਨਾਂ ਦਾ ਪਵਿੱਤਰ ਜੀਵਨ ਹੁੰਦਾ ਹੈ। ਔਰ ਫਿਰ ਸਾਰਿਆਂ ਦੇ ਸਮਝੋ ਮਿੱਤਰ ਆ, ਹਰੇਕ ਹੋਗਾ ਮੇਰੇ ਨਾਲ ਪਿਆਰ ਜ਼ਿਆਦਾ ਕਰਦੇ ਸੀ, ਆਪ ਮੋਹ ਮਮਤਾ ਤੋਂ ਰਹਿਤ ਹੁੰਦੇ, ਸੰਤੋਖ ਬੜਾ ਹੁੰਦਾ ਆ। ਨਾਮ ਰੂਪੀ ਉਹਨਾਂ ਦੀ ਪੂੰਜੀ ਹੈ, ਅਤੇ ਆਤਮਾ ਗਿਆਨ ਜਿਵੇਂ ਹੱਥ 'ਤੇ ਔਲਾ ਪਿਆ ਨਜ਼ਰ ਆਉਂਦਾ, ਸਾਖਿਆਤ ਹੁੰਦਾ, ਸਰੂਪ ਦੀ ਲਗਤਾ ਹੁੰਦੀ ਹੈ। ਇਹ ਜੀਵ ਬੰਧਨਾਂ 'ਚ ਕਿਵੇਂ ਵੱਜਦਾ ਹੈ, ਉਹਦਾ ਛੁਟਕਾਰਾ ਕਿਵੇਂ ਕਰਾਉਣਾ, ਇਹ ਵੀ ਜੋਗਤੀਆਂ ਹੋ ਜਾਣਦੇ ਆ। ਉਹਨਾਂ ਦੀ ਬਿਰਤੀ ਬੜੀ ਸੂਖਸ਼ਮ ਹੁੰਦੀ ਹੈ। 3 ਗੁਣ ਰਜੋ ਸਤੋ ਤਮੋ ਤੋਂ ਰਹਿਤ ਆ, ਇੱਛਾ ਤੋਂ ਰਹਿਤ ਹੁੰਦੇ ਆ, ਔਰ ਫਿਰ 5 ਕਲੇਸ਼ਾਂ ਤੋਂ ਰਾਗ ਦਵੈਸ਼ ਵਿਦਿਆ ਅਸਿਮਤਾਵੀ ਨਿਵੇਸ਼ ਆਦਿਕ ਤੋਂ ਦੂਰ ਹੁੰਦੇ ਆ, ਔਰ ਉਹਨਾਂ ਦੀ ਆਤਮਾ ਬੜੀ ਸੁਤੰਤਰ ਆਜ਼ਾਦ ਹੋ ਜਾਂਦੀ ਹੈ, ਬੇਪਰਵਾਹ ਹੋ ਜਾਂਦੇ ਆ। ਇਸ ਵਾਸਤੇ ਉਹਨਾਂ ਦੀ ਸੰਗਤ ਜਿਹੜੀ ਉਹ ਪਾਰਜਾਤ ਬ੍ਰਿਕਸ਼ ਦੀ ਨਿਆਈ ਜਿਵੇਂ ਉੱਥੋਂ ਫੁਰਨੇ ਪੂਰੇ ਹੁੰਦੇ ਆ। ਜਿਹੜਾ ਹੁੰਦਾ ਸੰਗ 'ਚ ਖਾਲੀ ਨਹੀਂ ਜਾਂਦਾ, ਝੋਲੀਆਂ ਭਰ ਕੇ ਜਾਂਦਾ। ਉਹਨਾਂ ਦੇ ਬਚਨ ਜਿਹੜੇ
ਅੰਮ੍ਰਿਤ ਸਮਾਨ ਹੁੰਦੇ ਆ। ਅਧਿਆਤਮਕ, ਅਧੀ ਭੂਤਕ, ਅਧੀ ਦੈਵਿਕ, ਤਿੰਨਾਂ ਤਾਪਾਂ ਦਾ ਨਾਸ ਕਰਨ ਵਾਲੇ, ਆਦਿ ਵੈਦੀ ਉਪਾਧੀ ਨੂੰ ਦੂਰ ਕਰਨ ਵਾਲੇ ਹੁੰਦੇ ਆ। ਔਰ ਇਸ ਤਰ੍ਹਾਂ ਫਿਰ ਜਿਹੜੇ ਉਹਨਾਂ ਨੂੰ ਨਮਸਕਾਰ ਕਰਦੇ ਆ ਉਹਨਾਂ ਦੇ ਪਾਪ ਦੂਰ ਹੋ ਜਾਂਦੇ ਆ। ਉਹਨਾਂ ਦੇ ਚਰਨ ਤੀਰਥਾਂ ਦੀ ਨਹੀਂ ਹੈ, ਜਿੱਥੇ ਚਰਨ ਆਖਦੇ 8 ਤੀਰਥ ਜਾਂ ਸਾਧ ਭਗਤ ਰਹਿ ਕੋਟ ਬੈਕੁੰਠ ਜਾਂ ਨਾਮ ਉਚਰ, ਐਸਾ। ਅਤੇ ਜਦੋਂ ਬਚਨ ਕਰਦੇ ਆ ਉਹਨਾਂ ਦੇ ਜਿਹੜੇ ਫੁਰਨੇ ਆ, ਪ੍ਰਸ਼ਨ ਨੇ, ਉਹ ਸ਼ਾਂਤ ਕਰ ਦਿੰਦੇ ਆ, ਕਿਰਪਾ ਕਰਦੇ ਆ। ਉਹਨਾਂ ਦੀ ਸੰਗਤ ਕਰਨ ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹਨਾਂ ਦੀ ਜਿਹੜੀ ਸੰਗਤ ਆ, ਜਿਵੇਂ ਸਮੁੰਦਰ ਵਿੱਚੋਂ ਹੀਰੇ ਜਵਾਹਰਤ ਮਿਲਦੇ ਆ, ਇੱਥੋਂ ਸ਼ੁਭ ਗੁਣਾਂ ਰੂਪੀ ਮੋਤੀ ਮਿਲਦੇ ਆ, ਮੁਕਤੀ ਆਦਿ ਮਿਲ ਜਾਂਦੀ ਹੈ। ਉਹਨਾਂ ਦਾ ਜਿਹੜਾ ਆਸ਼ਾ ਉਹਨੂੰ ਸਮਝਣਾ ਬੜਾ ਔਖਾ ਆ। ਜਿਹਦੇ 'ਤੇ ਆਪਣੀ ਦਿਵ ਦ੍ਰਿਸ਼ਟੀ ਕਰਦੇ ਆ ਉਹਨੂੰ ਫਿਰ ਉਹ ਸਮਝਾ ਵੀ ਦਿੰਦੇ ਆ। ਇਸ ਵਾਸਤੇ ਉਹਨਾਂ ਦੀ ਜਿਹੜੀ ਥੋੜ੍ਹੇ ਚਿਰ ਦੀ ਸੰਗਤ ਹੈ ਉਹ ਵੀ ਜੀਵਨ 'ਚ ਪਲਟਾ ਦੇ ਦਿੰਦੀ ਹੈ। ਜਾ ਕਾ ਸੰਗ ਬਾਛੈ ਸੁਰਦੇਵ, ਅਮੋਘ ਦਰਸ ਸਫਲ ਜਾ ਕੀ ਸੇਵ। ਇਸ ਵਾਸਤੇ ਇੱਕ ਪਲਕ ਸੁਖ ਸਾਧ ਸਮਾਗਮ, ਕੋਟ ਬੈਕੁੰਠ ਹੈ ਪਾਏ। ਬ੍ਰਹਮਾ ਆਦਿਕ ਹੈ, ਇੰਦਰ ਆਦਿਕ ਹੈ, ਉਹਨਾਂ ਨੂੰ ਵੀ ਉਹ ਅਵਸਥਾ ਨਹੀਂ ਜਿਹੜੀ ਇਹਨਾਂ ਗਿਆਨਵਾਨਾਂ ਨੂੰ ਪਰਮੇਸ਼ਰ ਵੱਲੋਂ ਮਿਲਦੀ ਹੈ। ਇਹ ਜਗਤ ਦੀ ਫਾਹੀ ਨੂੰ ਕੱਟਣ ਲਈ ਸਮਰੱਥ ਹੈ। ਉਹਨਾਂ ਦੀ ਸੰਗਤ ਕਰਨਾ, ਇਹ ਮੁਕਤੀ ਆਦਿਕ ਜਿਹੜੇ ਗੁਣ ਆ ਕੁਦਰਤੀ ਮਿਲ ਜਾਂਦੇ ਆ। ਉਹਨਾਂ ਦੀ ਜਿਹੜੀ ਇੱਕ ਖਿੰਨ ਦੀ ਸੰਗਤ ਆ, ਉਹ ਕਰੋੜਾਂ ਸਾਲਾਂ ਦੀ ਤਪੱਸਿਆ ਨੂੰ ਵੀ ਵੱਧ ਫਲ ਰੱਖਦੀ ਹੈ। ਅਤੇ ਜਿਹੜਾ ਪਾਰਸ ਆ ਉਹ ਸੱਤਾਂ ਤੱਤਾਂ ਨੂੰ ਸੋਨਾ ਬਣਾਉਂਦਾ, ਪਰ ਪਾਰਸ ਨਹੀਂ ਬਣਾਉਂਦਾ, ਉਹ ਤੋਂ ਬਣਿਆ ਸੋਨਾ ਨਹੀਂ। ਪਰ ਉਹਨਾਂ ਦੀ ਜਿਹੜੀ ਸੰਗਤ ਹੈ, ਅਤੇ ਰਾਮ ਕਬੀਰਾ ਇੱਕ ਭੈ ਹੈ ਕੋਈ ਨਾ ਸਕੇ ਪਛਾਣੀ, ਐਸੀ। ਇਸ ਵਾਸਤੇ ਜਿਹੜਾ ਉਹਨਾਂ ਨੂੰ ਨਮਸਕਾਰ ਕਰਦਾ ਹੈ ਜਾਂ ਉਹਨਾਂ ਨੂੰ ਚੱਲ ਕੇ ਜਾਂਦਾ ਹੈ, ਇੱਕ ਇੱਕ ਕਦਮ ਅਸਵੇਦ ਜਗ ਦੇ ਬਰਾਬਰ ਲਿਖਿਆ ਹੈ। ਔਰ ਦਇਆ ਕਰ ਲਓ, ਧਰਮ ਦੇ ਜਪ ਤਪ ਕਰ ਲਓ, ਸੰਜਮ ਦਾਨ ਕਰ ਲਓ, ਪਰ ਉਹਨਾਂ ਦੀ ਸੰਗਤ 'ਚੋਂ ਇਹ ਸ਼ੁਭ ਗੁਣ ਜਿਹੜੇ ਸੁਤੇ ਸਿੱਧੇ ਪ੍ਰਾਪਤ ਹੋ ਜਾਂਦੇ। ਸਨਾਤਨੀਆਂ 'ਚ ਗੰਗਾ ਦਾ ਇਸ਼ਨਾਨ ਦਰਸ਼ਨ ਬੜਾ ਪੁੰਨ ਮੰਨਦੇ ਆ, ਪਰ ਉਹਨਾਂ ਦੀ ਸੰਗਤ ਕਰਨ ਤੁਸੀਂ ਉੱਥੇ ਬੈਠੇ ਹੋ ਫਲ ਪ੍ਰਾਪਤ ਕਰ ਸਕਦੇ ਹੋ। ਜਿਹੜੇ ਬੜੇ ਬੜੇ ਦੇਵਤੇ ਆ ਉਹਨਾਂ ਦਾ ਭਜਨ ਕਰਨਾ ਜਿਹੜਾ ਕੋਈ ਫਲ ਮਿਲਦਾ ਕਹਿੰਦੇ ਪੁਰਾਣੇ ਸਨਾਤਨੀ ਗ੍ਰੰਥਾਂ, ਪਰ ਮਹਾਂਪੁਰਖਾਂ ਦੀ ਜਿਹੜੀ ਸੰਗਤ ਹੈ ਨਾ, ਉੱਥੋਂ ਸੁਤੇ ਸਿੱਧੇ ਹੀ ਇਹ ਚੀਜ਼ਾਂ ਮਿਲ ਜਾਂਦੀਆਂ। ਔਰ ਬੜੇ ਬੜੇ ਗ੍ਰੰਥ ਪੜ੍ਹਨ ਦੇ ਨਾਲ ਜਿਹੜੀ ਵਿਚਾਰ ਮਿਲਦੀ ਹੈ, ਉਹਨਾਂ ਦੀ ਸੰਗਤ ਦੇ ਨਾਲ, ਉਹਨਾਂ ਦੀ ਦਿਵ ਦ੍ਰਿਸ਼ਟੀ ਨਾਲ ਕੁਦਰਤੀ ਅਨੁਭਵ ਜਿਹੜਾ ਉਹ ਪ੍ਰਾਪਤ ਹੋ ਜਾਂਦਾ ਹੈ। ਇਸ ਵਾਸਤੇ ਉਹਨਾਂ ਮਹਾਂਪੁਰਖਾਂ ਦੀ ਜਿਹੜੀ ਸੰਗਤ ਬੜੀ ਅਲੌਕਿਕ ਹੈ, ਕਿਉਂਕਿ ਉਹਨਾਂ ਮਹਾਂਪੁਰਖਾਂ ਨੇ ਇਹ ਮੁਕਤੀ ਦੇ ਦਰਵਾਜ਼ੇ ਦੱਸੇ ਆ, ਸਾਮਿਆ, ਸੰਤੋਖ ਆ, ਵਿਚਾਰ ਆ, ਸੰਗਤ ਆ। ਇਹ ਮਹਾਂਪੁਰਖਾਂ ਦੇ ਚਰਨਾਂ 'ਚੋਂ ਗੁਣ ਮਿਲਦੇ ਆ। ਇਸ ਵਾਸਤੇ ਬੰਧਨਾਂ ਨੂੰ ਕੱਟਣਾ, ਮੁਕਤੀ ਦੇਣੀ, ਇਹ ਉਹਨਾਂ ਦੀ ਸੰਗਤ ਤੋਂ ਸੁਤੇ ਸਿੱਧੇ ਚੀਜ਼ਾਂ ਮਿਲ ਜਾਂਦੀਆਂ। ਇਸ ਵਾਸਤੇ ਉਹਨਾਂ ਦੀ ਜਿਹੜੀ ਸੰਗਤ ਆ ਉਹ ਧਰਮ ਕਰਮ ਜਿੰਨੇ ਸ਼ੁਭ ਆ ਉਹਨਾਂ ਨੂੰ ਪੈਦਾ ਕਰਨ ਵਾਲੀ ਹੈ। ਇਸ ਵਾਸਤੇ ਜਿੰਨੇ ਵੀ ਸੁਮਰਤੀਆਂ, ਵੇਦ ਸ਼ਾਸਤਰ, ਗ੍ਰੰਥ, ਪੰਥ ਹੈਗੇ ਆ, ਉਹਨਾਂ ਨੇ ਮਹਾਂਪੁਰਖਾਂ ਦੀ ਜਿਹੜੀ ਸੰਗਤ ਹੈ ਉਹਨੂੰ ਅਲੌਕਿਕ ਰੂਪ ਦੇ ਵਿੱਚ ਵਰਣਨ ਕੀਤਾ ਹੈ। ਇਸ ਤਰ੍ਹਾਂ ਸੰਤ ਬਾਬਾ ਮੋਹਨ ਸਿੰਘ ਜੀ ਮਹਾਂਪੁਰਖਾਂ ਨੇ ਕਿਸ ਤਰ੍ਹਾਂ ਸੰਤ ਮਹਾਂਪੁਰਖਾਂ ਦੀ ਸੰਗਤ ਕਰਕੇ ਬ੍ਰਹਮ ਵਿਦਿਆ ਦੀ ਦਾਤ ਜਿਹੜੀ ਸੀ ਪ੍ਰਾਪਤ ਕੀਤੀ, ਔਰ ਮਹਾਂਪੁਰਖਾਂ ਦੀ ਸੰਗਤ ਤੋਂ ਇਹ ਗਿਆਨ ਵਿਗਿਆਨ ਲੈ ਕੇ
ਤੇ ਸਮਾਨ ਗਿਆਨ ਕਹਿ ਲਓ, ਵਿਸ਼ੇਸ਼ ਕਹਿ ਲਓ, ਪਰੋਕਸ਼ ਅਪਰੋਕਸ਼ ਕਹਿ ਲਓ, ਉਹ ਬੋਲੀ ਦਾ ਭੇਦ ਹੀ ਹੈਗਾ। ਇਸ ਵਾਸਤੇ ਉਹਨਾਂ ਮਹਾਂਪੁਰਖਾਂ ਨੇ ਜਦੋਂ ਸੰਤ ਬਾਬਾ ਗੁਰਬਚਨ ਸਿੰਘ ਜੀ 69ਵੇਂ ਸੱਚਖੰਡ ਗਏ, ਹੁਕਮ ਕਰਕੇ ਮਹਾਂਪੁਰਖਾਂ ਨੇ ਉਹਨਾਂ ਨੂੰ ਸੇਵਾ ਦਿੱਤੀ, ਕਿਉਂਕਿ ਆਪ ਤਿਆਗੀ ਵਿਰਾਗੀ ਬਹੁਤ ਸੀਗੇ। ਅਤੇ ਮਹਾਂਪੁਰਖਾਂ ਦਾ ਹੁਕਮ ਮੰਨ ਕੇ ਉਹਨਾਂ ਨੇ ਤਕਰੀਬਨ 51 ਸਾਲ ਸੰਪਰਦਾ ਦੀ ਸੇਵਾ ਨਿਭਾਈ ਹੈ। ਸੰਤਨ ਅਵਰ ਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ, ਜਾ ਕੋ ਪਾਖ ਸੁਆਮੀ। ਬੇਪਰਵਾਹ ਲੋਕ ਸੀਗੇ, ਇਸ ਵਾਸਤੇ ਹਾਂਜੀ ਉਹ ਬੇਪਰਵਾਹ ਨਾ ਬੋਲਣੀ, ਮੌਜ ਦੇ ਮਾਲਕ ਸੀਗੇ। ਅਤੇ ਅੱਜ ਉਹਨਾਂ ਦਾ ਇਹ ਦੁਸਹਿਰੇ ਦਾ ਸਮਾਗਮ ਹੋਇਆ ਕਿ ਉਹਨਾਂ ਦਾ ਦੇਖੋ ਪਿਆਰ, ਕਿੰਨੀਆਂ ਕੁ ਦਸਤਾਰਾਂ ਉੱਥੇ ਭੇਟ ਹੋਈਆਂ, ਕਿੰਨੇ ਕੁ ਮਹਾਂਪੁਰਖ ਆਏ, ਕਿੰਨੇ ਗਿਆਨੀ ਪੰਡਤ ਵਿਦਵਾਨ ਲੋਕ ਆਏ, ਕੋਈ ਗਿਣਤੀ ਮਿਣਤੀ ਨਹੀਂ। ਅਤੇ ਔਰ ਇੰਨੇ ਉਹ ਵਿਦਵਾਨ ਪੈਦਾ ਕਰ ਗਏ, ਜਿਨ੍ਹਾਂ 'ਚੋਂ ਦੇਖੋ ਸੰਤ ਕਿਰਪਾਲ ਸਿੰਘ ਜੀ ਬੋਪਾਨ ਵਾਲੇ, ਅਤੇ ਉਹ ਪ੍ਰਲੋਗਮਨ ਕਰ ਗਏ। ਮਹਿਮਾ ਸਿੰਘ ਸੀ, ਦਦਾਰ ਸਿੰਘ ਸੀ, ਉਹ ਪ੍ਰਲੋਗਮਨ ਕਰ ਗਏ। ਅਤੇ ਹੁਣ ਸੰਤ ਗਿਆਨੀ ਇੰਦਰਜੀਤ ਸਿੰਘ ਜੀ, ਗਿਆਨੀ ਪੂਰਨ ਸਿੰਘ ਜੀ, ਗਿਆਨੀ ਭਜਨ ਸਿੰਘ ਜੀ, ਮਹੰਤ ਕਪੂਰ ਸਿੰਘ ਜੀ, ਅਤੇ ਹੋਰ ਕਿੰਨੇ ਉਹਨਾਂ ਦੇ ਜਿਹਨਾਂ ਦੇ ਪੰਜ ਸੇਵਾਦਾਰ ਜਥਾ ਬਣਾਇਆ ਸੀ। ਅਤੇ ਕੈਸਾ ਭਾਈ ਕੁਲਵੰਤ ਸਿੰਘ ਆ ਤਥਾ ਉਹਨਾਂ ਦੇ ਸਾਥੀ ਆ ਸਾਰੇ, ਔਰ ਭਿੰਡਰਾਂ ਨਗਰ ਦੀਆਂ ਪੰਚਾਇਤਾਂ, ਇਲਾਕੇ ਦੀ ਸੰਗਤ, ਦੇਸ਼ ਪ੍ਰਦੇਸ਼ ਦੀ ਸੰਗਤ, ਕੋਈ ਸ਼ੁਮਾਰ ਨਹੀਂ ਸੀ ਕਿ ਮਹਾਂਪੁਰਖਾਂ ਦੇ ਪਿਆਰ ਵਿੱਚ ਕਿੱਥੋਂ ਕਿੱਥੋਂ ਸਾਰੀਆਂ ਸੰਪਰਦਾਂ ਦੇ ਮਹਾਂਪੁਰਖ, ਨਿਰਮਲ ਪੰਚਾਇਤੀ ਅਖਾੜੇ ਦੇ ਸ਼੍ਰੀ ਹਰਿਮੰਦਰ ਸਾਹਿਬ, ਕਾਰ ਸੇਵਾ ਵਾਲੇ, ਨਿਹੰਗ ਸਿੰਘ ਜਥੇਬੰਦੀਆਂ, ਔਰ ਖਾਲਸਾ ਪੰਥ ਦੇ ਸਾਰੀਆਂ ਸੰਪਰਦਾਂ ਦੇ ਮਹਾਂਪੁਰਖ ਜਿਹੜੇ ਉਹਨਾਂ ਨੇ ਹਾਜ਼ਰੀਆਂ ਭਰੀਆਂ। ਔਰ ਕੈਸਾ ਅਲੌਕਿਕ ਜੀਵਨ ਹੈ ਮਹਾਂਪੁਰਖਾਂ ਦਾ, ਕੋਈ ਪੱਖ ਲੈ ਲਓ ਅਧੂਰਾ ਨਹੀਂ, ਸਾਰੇ ਪੱਖਾਂ ਵਿੱਚ ਪੂਰੇ ਹੈ। ਕਿਉਂਕਿ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪੂਰੇ ਸਤਿਗੁਰਾਂ ਦੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਓਟ ਲੈ ਕੇ, ਜਿਵੇਂ ਭਗਤ ਕਬੀਰ ਸਾਹਿਬ ਕਹਿੰਦੇ, ਕਬੀਰ ਜੈਸੀ ਉਪਜੀ ਪੇਟ ਤੇ ਤੈਸੀ ਨਿਭੇ ਓਟ, ਹੀਰਾ ਕਿਸਕਾ ਵਾਪਰਾ ਪੂਜੇ ਨ ਰਤਨ ਕਰੋੜ। ਸੰਤ ਮੋਇਆ ਕਿਆ ਰੋਈਆ, ਜੋ ਆਪਣੇ ਗ੍ਰਹਿ ਜਾਏ, ਰੋਗੋ ਸਾਖਤ ਵਾਪਰੇ, ਜੋ ਹਾਟੇ ਹਾਟ ਵਿਖਾਏ। ਕਿਉਂ ਮਹਾਂਪੁਰਖਾਂ ਦਾ ਜੀਵਨ ਤਾਂ ਇਹ ਹੈ ਨਾ, ਜਨਮ ਮਰਨ ਤੋਂ ਹੁਕਮੈ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਲਾਏ। ਸੋ ਇਸ ਵਾਸਤੇ ਐਸੇ ਬੇਪਰਵਾਹ ਸੀ, ਜਿਵੇਂ ਉਹ ਸਾਖੀ ਕੋਈ ਰਾਜਾ ਬੜਾ ਹੰਕਾਰੀ ਸੀ, ਉਹਦਾ ਹੰਕਾਰ ਤੋੜਨ ਲਈ ਸੰਤ ਆਇਆ। ਉਹ ਹਰੇਕ ਦੇ ਵਿਦਵਾਨਾਂ ਦੀ, ਜੋਤਸ਼ੀਆਂ ਦੀ, ਵਿਗਿਆਨੀਆਂ ਦੀ, ਸੰਗੀਤਕਾਰਾਂ ਦੀ ਨਿਰਾਦਰੀ ਕਰਿਆ ਕਰਦਾ ਸੀ। ਉਹ ਜਿਹੜੇ ਮਹਾਂਪੁਰਖ ਆਏ, ਕਹਿਣ ਲੱਗੇ ਆਪ ਫਕੀਰਾ ਕਿਵੇਂ ਆ, ਕੀ ਚਾਹੀਦਾ? ਉਹ ਕਹਿੰਦੇ ਤੇਰੇ ਕੋਲ ਹੈ ਕੀ, ਮੈਨੂੰ ਦੇਵੇਂਗਾ ਕੀ? ਉਹ ਕਹਿੰਦਾ ਤੈਨੂੰ ਪਤਾ ਨਹੀਂ ਰਾਜੇ ਦੀ ਸਭਾ? ਕਹਿੰਦੇ ਇਹਦੀ ਖਲ ਵਿੱਚ ਭੂਸਾ ਭਰ ਦਿਓ। ਉਹ ਕਹਿੰਦੇ ਸੰਤ ਕਹਿੰਦਾ ਮੈਂ ਸੱਚ ਬੋਲਿਆ, ਇਹ ਤੇਰਾ ਜੇ ਸਰੀਰ ਸੁੰਦਰਿਆ, ਤੈਨੂੰ ਆਪਣੇ ਮਾਤਾ ਪਿਤਾ ਤੋਂ ਮਿਲਿਆ। ਆ ਮਾਇਆ ਜਿਹੜੀ ਹੈ, ਇਹ ਪਰਜਾ ਤੋਂ ਟੈਕਸ ਲੈ ਕੇ ਲੈਣਾ, ਔਰ ਆ ਜਿਹੜੇ ਮਹਿਲ ਆ, ਇਹ ਤੇਰੇ ਪੇ ਦਾਦਿਆਂ ਦੇ ਆ, ਜੋ ਕੋਈ ਵਿਭੂਤੀ ਹੈ ਸਾਰੀ ਪਰਜਾ ਦੀ ਹੈ, ਤੇਰੇ ਕੋਲ ਕੀ ਹੈ? ਉਹ ਬੜਾ ਸ਼ਰਮਿੰਦਾ ਹੋਇਆ।
ਫਿਰ ਸੰਤਾਂ ਦੇ ਚਰਨ ਡਿੱਗ ਪਿਆ ਅਤੇ ਮਾਫੀ ਮੰਗੀ। ਇਸ ਤਰ੍ਹਾਂ ਸੰਤ ਬਾਬਾ ਮੋਹਨ ਸਿੰਘ ਜੀ ਮਹਾਂਪੁਰਖ ਬੜੇ ਬੇਪਰਵਾਹ ਫਕੀਰ ਸੀ। ਮਹਾਰਾਜ ਕਿਰਪਾ ਕਰਦੇ ਆ ਕਿ ਜਿਵੇਂ ਮਾਝ ਰਾਗ 'ਚ ਪੰਜਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਮਾਝ ਮਹੱਲਾ ਪੰਜਵਾ। ਕੌਣ ਸੋ ਮੁਕਤਾ, ਕੌਣ ਸੋ ਜੁਗਤਾ, ਕੌਣ ਸੋ ਗਿਆਨੀ, ਕੌਣ ਸੋ ਭਗਤਾ। ਕਿ ਸੰਸਾਰ ਤੇ ਮੁਕਤ ਪੁਰਸ਼ ਕੌਣ ਹੈ ਔਰ ਪਰਮਾਤਮਾ ਦੇ ਨਾਲ ਕਿਹਦੀ ਬਿਰਤੀ ਜੁੜੀ ਹੋਈ ਹੈ, ਯੋਗਤਾ ਜੁੜਿਆ ਹੈ। ਕੌਣ ਸੋ ਗਿਆਨੀ, ਗਿਆਨਵਾਨ ਕੌਣ ਹੈ, ਕੌਣ ਸੋ ਭਗਤਾ, ਸੱਚ ਬੋਲਣ ਵਾਲਾ ਕੌਣ ਹੈ, ਐਸਾ ਮਹਾਂਪੁਰਖ। ਕੌਣ ਸੋ ਗਿਰਹੀ, ਸੱਚਾ ਗ੍ਰਸਤੀ ਕੌਣ, ਕੌਣ ਆਦਾਸੀ, ਉਦਾਸੀਨ ਬਿਰਤੀ ਵਾਲਾ ਕੌਣ, ਕੌਣ ਸੋ ਕੀਮਤ ਪਾਏ ਜੀ। ਉਹ ਯਥਾਰਥ ਗਿਆਨਵਾਨ ਕਿਹੜਾ, ਜਿਹੜਾ ਉਹਦੀ ਕੀਮਤ ਨੂੰ ਪਾਉਣ ਵਾਲਾ, ਉਹਦੀ ਮਰਜ਼ਾਦਾ ਨੂੰ ਜਾਣਨ ਵਾਲਾ ਹੈ। ਕਿਨ ਵਿਦ ਵਾਧਾ, ਕਿਨ ਵਿਦ ਛੂਟਾ। ਇਹ ਜਿਹੜਾ ਜੀਵ ਆ, ਇਹ ਕਿਹੜੀ ਯੁਗਤੀ, ਕਿਹੜੀ ਵਿਧੀ ਨਾਲ ਬੱਝਿਆ ਹੋਇਆ ਔਰ ਕਿਹੜੀ ਵਿਧੀ ਹੈ ਜਿਵੇਂ ਇਹ ਬੰਨਣ ਨੂੰ ਛੁਟਕਾਰਾ ਪ੍ਰਾਪਤ ਕਰ ਸਕੇ। ਕਿਨ ਵਿਦ ਆਵਣ ਜਾਣੋ ਜਾਵਣ ਟੂਟਾ। ਇਹ ਆਉਣ ਜਾਣ ਦੇ ਚੱਕਰ ਕਿਵੇਂ ਟੁੱਟ ਰਹੇ ਆ। 84 ਲੱਖ ਜੂਨ ਆਵਾਗਮਨ 'ਚੋਂ 84 ਲੱਖ ਜੂਨਾਂ 'ਚੋਂ ਕਿਵੇਂ ਨਿਕਲਦਾ ਹੈ, ਕਿਵੇਂ ਮੁਕਤ ਹੋ ਸਕਦਾ ਹੈ। ਕੌਣ ਸੋ ਕਰਮ, ਉਹ ਕਿਹੜਾ ਪਵਿੱਤਰ ਕਰਮ ਹੈ ਜਿਹਦੇ ਨਾਲ ਇਹਦੀ ਮੈਲ ਦੂਰ ਹੁੰਦੀ ਹੈ, ਮਨ ਸ਼ੁੱਧ ਹੁੰਦਾ। ਕੌਣ ਨੇ ਕਰਮ, ਕੌਣ ਹੈਗਾ ਜਿਹੜਾ ਆਪਣੇ ਨਿਸ਼ਕਰਮ ਹੋ ਗਿਆ, ਨਿਸ਼ਕਾਮਤਾ ਜਿੱਥੇ ਆ ਗਈ ਹੈ। ਕਰਮ ਕਰਨ ਵਾਲਾ ਕੌਣ ਆ, ਨਿਸ਼ਕਰਮ ਨਿਸ਼ਕਾਮ ਕੌਣ ਬਣਦਾ। ਕੌਣ ਸੋ ਕਹੇ ਕਹਾਏ ਜੀ। ਉਹ ਨਿਰੰਕਾਰ ਦੇ ਜਸ ਨੂੰ ਕੌਣ ਕਰਨ ਕਰਾਉਣ ਵਾਲਾ ਹੈ। ਕੌਣ ਸੋ ਸੁਖੀਆ, ਕੌਣ ਸੋ ਦੁਖੀਆ। ਦੁਨੀਆ 'ਤੇ ਸੁਖੀ ਕੌਣ ਹੈ, ਦੁਖੀ ਕੌਣ ਹੈ। ਕੌਣ ਸੋ ਸਨਮੁਖ, ਕੌਣ ਬੇਮੁਖੀ। ਉਹਦੇ ਸਨਮੁਖ ਰਹਿਣ ਵਾਲਾ ਕੌਣ ਹੈ, ਉਹ ਤੋਂ ਬੇਮੁਖ ਹੋਣ ਵਾਲਾ ਕੌਣ ਹੈ। ਕਿਨ ਵਿਦ ਮਿਲੀ ਹੈ, ਕਿਨ ਵਿਦ ਵਿਛੜ। ਉਹ ਕਿਹੜੀ ਵਿਧੀ ਜਿੰਨਾ ਪਰਮੇਸ਼ਰ ਨੂੰ ਮਿਲਿਆ ਜਾਏ, ਪਰਮਾਤਮਾ ਨੂੰ। ਉਹ ਕਿਹੜਾ ਪਾਪ ਕਰਮ ਆ ਜਿਵੇਂ ਉਹ ਵਿਛੜ ਜਾਂਦਾ ਹੈ। ਇਹ ਵਿਧ ਕੌਣ ਪ੍ਰਗਟਾਏ ਜੀ। ਇਹ ਜਿਹੜੀ ਵਿਧੀ ਹੈ ਇਹਨੂੰ ਕੌਣ ਪ੍ਰਗਟ ਕਰਕੇ ਦੱਸ ਸਕਦਾ ਹੈ। ਕੌਣ ਸੋ ਅੱਖਰ ਜੇ ਧਾਵਤ ਰਹਿਤਾ। ਉਹ ਕਿਹੜਾ ਅਕਸ਼ਰ ਹੈ ਜਿਹਨੂੰ ਪੜ੍ਹਨ ਦੇ ਨਾਲ ਇਹ ਜਿਹੜਾ ਮਨ ਹਰ ਵੇਲੇ ਵਿਕਾਰਾਂ ਨਾਲ ਦੌੜਾ ਫਿਰਦਾ, ਇੱਧਰੋਂ ਰੋਕਿਆ ਜਾ ਸਕਦਾ ਹੈ। ਇਹ ਦੌੜ ਤੋਂ ਕੌਣ ਰਹਿਤ ਹੁੰਦਾ, ਨਹੀਂ ਤਾਂ ਸਾਰਾ ਦਿਨ ਭੱਜ ਨੱਠ ਲੱਗੀ ਹੈ। ਪਰ ਮਹਾਂਪੁਰਖ ਆ, ਜਿਵੇਂ ਚੂਹੇ ਨੂੰ ਪਾਰਾ ਪਿਲਾ ਦੇ ਤਾਂ ਉੱਥੇ ਬਸ ਦੇਖੀ ਜਾਂਦਾ, ਹਿੱਲਣ ਜੋਗਾ ਨਹੀਂ। ਇਹ ਨਾਮ ਰੂਪੀ ਪਾਰਾ ਜਿਲੇ ਪੀਤਾ, ਇਹ ਮਨ ਫਿਰ ਟਿਕਦਾ। ਕੌਣ ਉਪਦੇਸ਼ ਜੇ ਦੁੱਖ ਸੁੱਖ ਸਮਝਿਆ ਤਾਂ। ਉਹ ਕਿਹੜਾ ਉਪਦੇਸ਼ ਹੈ ਜਿਹਨੂੰ ਸ਼ਰਵਣ ਕਰਨੇ ਨਾਲ ਜੀਵ ਦੁੱਖ ਸੁੱਖ ਨੂੰ ਸਮ ਕਰਕੇ ਜਾਣਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸੁਨਿਵਾਰ ਪੈ ਨਹੀਂ ਜਾਗੇ। ਕੰਚਨ ਮਾਟੀ ਮੰਨੈ, ਐਸੀ ਅਵਸਥਾ ਬਣ ਜਾਏ। ਕੌਣ ਸੋ ਚਾਲ ਜਿਤ ਪਾਰ ਨੂੰ ਧਿਆਏ। ਉਹ ਚਾਲ ਰੀਤੀ ਮਰਜ਼ਾਦਾ ਕਿਹੜੀ ਹੈ ਜਿਹਨੂੰ ਗ੍ਰਹਿਣ ਕਰਕੇ ਪਾਰੋਂ ਪਰਮੇਸ਼ਰ ਨੂੰ ਧਿਆਇਆ ਜਾਏ। ਕਿਨ ਵਿਦ ਕੀਰਤਨ ਗਾਏ। ਜੋ ਕਿਹੜੀ ਵਿਧੀ ਮਰਜ਼ਾਦਾ ਜਿਵੇਂ ਉਹਦਾ ਜਸ ਗਾਇਆ ਜਾਏ। ਜਿਸ ਤਰ੍ਹਾਂ ਧੰਨ ਧੰਨ ਬਾਬਾ ਜਵੰਤ ਸਿੰਘ ਜੀ ਮਹਾਰਾਜ, ਸੰਤ ਮਹਾਰਾਜ ਹਰਖ ਵਾਲਿਆਂ ਦੇ ਗੁਰੂ ਭਾਈ ਸੀ। ਧੰਨ ਧੰਨ ਬਾਬਾ ਆਇਆ ਸਿੰਘ ਚਰਨ ਸੇਵਕ ਜਦੋਂ ਕੀਰਤਨ ਕਰਦੇ ਸੀ, ਪੰਛੀ ਵੀ ਬੈਠ ਜਾਂਦੇ ਸੀ। ਸੰਗਤ ਤਾਂ ਬਹਿਣਾ ਹੀ। ਬਾਬਾ ਮਿਸ਼ਰਾ ਸਿੰਘ, ਬਾਬਾ ਸ਼ਾਮ ਸਿੰਘ ਜੀ ਮਹਾਰਾਜ, ਰਾਗੀ ਮਨਸ਼ਾ ਸਿੰਘ ਕੀਰਤਨ ਕਰਦੇ ਸੀ ਅਤੇ ਐਸੀਆਂ ਬਰਕਤਾਂ ਸੀ।
ਹੁਣ ਆਪ ਇਹ ਸਾਰੇ ਪ੍ਰਸ਼ਨਾਂ ਦੇ ਉੱਤਰ ਬਖਸ਼ਣਗੇ। ਪ੍ਰਸ਼ਨ ਵੀ ਬੇਅੰਤ ਹੈਗੇ ਆ। ਇਸ ਵਾਸਤੇ ਤਕਰੀਬਨ ਆਪਣੇ 24 ਪ੍ਰਸ਼ਨ ਹੈਗੇ ਆ ਜਾਂ ਵਧਿਆ। ਗੁਰਮੁਖ ਮੁਕਤਾ, ਜਿਹੜਾ ਗੁਰਮੁਖ ਬਣ ਜਾਏ ਨਾ, ਸੰਤ ਬਾਬਾ ਮੋਹਨ ਸਿੰਘ ਨੂੰ ਉਹ ਮੁਕਤ ਆ, ਗੁਰਮੁਖ ਜੋਤ ਆ। ਜਿਹੜੇ ਗੁਰਮੁਖ ਆ ਉਹ ਹਮੇਸ਼ਾ ਜੁੜੇ ਹੋਏ ਆ, ਗੁਰਮੁਖ ਗਿਆਨੀ। ਜਿਹੜੇ ਗੁਰਮੁਖ ਆ ਉਹ ਗਿਆਨਵਾਨ ਆ, ਉਹ ਜਾਣਨ ਵਾਲੇ ਆ, ਉਹਨਾਂ ਨੂੰ ਪ੍ਰੋਕਸ਼ ਅਪਰੋਕਸ਼ ਸਾਰਾ ਗਿਆਨ ਹੁੰਦਾ। ਗੁਰਮੁਖ ਭਗਤ ਆ, ਗੁਰਮੁਖ ਜਿਹੜੇ ਆ ਸਹੀ ਵਿਆਖਿਆ ਕਰਨ ਵਾਲੇ ਹੁੰਦੇ ਆ, ਮਿਥਿਆ ਨਹੀਂ ਬੋਲਦੇ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਬਾਟ ਮਰੀਦਾਂ ਜੂਲੀਏ। ਤਨ ਗਿਰਹੀ ਉਦਾਸੀ ਗੁਰਮੁਖ, ਗੁਰਮੁਖ ਕੀਮਤ ਪਾਏ ਜੀ। ਜਿਹੜਾ ਗੁਰਮੁਖ ਬਣ ਜਾਏ ਉਹ ਗ੍ਰਸਤੀ ਵੀ ਧਨਤਾ ਜੋ ਹੋ ਗਿਆ, ਉਦਾਸੀ ਵੀ ਧਨਤਾ ਜੋ ਹੋ ਗਿਆ। ਜਿਹੜਾ ਗੁਰੂ ਦੇ ਮੁਖ ਤੋਂ ਉਪਦੇਸ਼ ਲੈ ਕੇ ਗੁਰਮੁਖ ਬਣ ਜਾਏ, ਮਨ ਮੁਖਤਾਈ ਛੱਡ ਜਾਏ। ਗੁਰਮੁਖ ਜਿਹੜੇ ਆ ਉਹ ਇਸ ਕੀਮਤ ਨੂੰ ਪਾਉਂਦੇ ਆ ਕਿ ਸੰਗਤ ਦੀ ਮਹਾਨਤਾ, ਬਾਣੀ ਪੜ੍ਹਨ ਦਾ ਕੀ ਫਲ ਆ, ਉਹ ਇਸ ਮਹਾਨਤਾ ਨੂੰ ਜਾਣਦੇ ਆ। ਅਤੇ ਆਮ ਲੋਕ ਟੁੱਚਣਾ ਕਰਦੇ ਆ, ਬਾਣੀ ਪੜ੍ਹਨ ਦਾ ਕੀ ਫਲ ਹੈ। ਕਿ ਜੇ ਕੋਈ ਰੋਟੀ ਖਾਣ ਦਾ ਕੀ ਫਲ ਹੈ, ਖਾਏਗਾ ਭੁੱਖ ਮਿਟ ਜਾਏਗੀ, ਪਾਣੀ ਪੀਏਗਾ ਪਿਆਸ ਹੋ ਜਾਏਗੀ, ਦਵਾਈ ਖਾਏਗਾ ਬਿਮਾਰੀ ਹਟ ਜਾਏਗੀ, ਨਾਮ ਜਪੇਗਾ ਤੇਰਾ ਹਿਰਦਾ ਸ਼ੁੱਧ ਹੋ ਕੇ ਬ੍ਰਹਮ ਗਿਆਨ ਹੋ ਜਾਏਗਾ। ਹਉਮੈ ਬਾਧਾ ਗੁਰਮੁਖ ਛੂਟਾ, ਇਹ ਹਉਮੈ ਕਰਕੇ ਜੀਵ ਜਿਹੜਾ ਇਹ ਬੰਨਿਆ ਹੋਇਆ। ਵੈਨ ਆਈ ਸ਼ੈਲ ਬੀ ਫਰੀ, ਵੈਨ ਆਈ ਸ਼ੈਲ ਸੀਜ਼ ਟੂ ਬੀ, ਮੈਂ ਮੁਕਤ ਕਬ ਹੋਵਾਂਗਾ ਜਦ ਮੈਂ ਨਾ ਰਹਿ ਜਾਏਗੀ। ਇਹ ਹਉਮੈ ਨਾਲ ਬੰਨਿਆ ਮਨਮੁਖਪੁਣੇ 'ਚ। ਜਦੋਂ ਗੁਰਮੁਖ ਬਣ ਜਾਏਗਾ ਇਹਦਾ 84 ਲੱਖ ਜੂਨਾਂ ਆਵਾਗੁਣ ਤੋਂ ਛੁਟਕਾਰਾ ਹੋ ਜਾਏਗਾ। ਨਿਮਰਤਾ ਆ ਜਾਂਦੀ ਹੈ, ਗਰੀਬੀ ਆ ਜਾਂਦੀ ਹੈ, ਹਲੀਮੀ ਆ ਜਾਂਦੀ ਹੈ, ਕਰੁਣਾ ਮੈਤਰੀ ਮੁੱਦਤਾ ਅਪੇਖਿਆ, ਸਤ ਸੰਤੋਖ ਦਇਆ ਧਰਮ ਧੀਰਜ ਵਿਵੇਕ, ਇਹ ਪਵਿੱਤਰ ਗੁਣ ਆ ਜਾਂਦੇ ਆ। ਜਿਹੜੇ ਪੰਜੇ ਵਿਕਾਰ ਆ, ਕਾਮ ਨੂੰ ਵਸਤੂ ਵਿੱਚ ਵਿਚਾਰਨਾ, ਕ੍ਰੋਧ ਨੂੰ ਖਿਮਾਣਾ, ਲੋਭ ਨੂੰ ਸੰਤੋਖ ਨਾ, ਹੰਕਾਰ ਨੂੰ ਨਿਮਰਤਾ ਨਾ, ਉਹ ਇਸ ਤਰ੍ਹਾਂ ਸ਼ਾਂਤ ਕਰਦੇ ਆ। ਗੁਰਮੁਖਾਂ ਦਾ ਆਉਣਾ ਜਾਣਾ ਜਿਹੜਾ ਚੱਕਰ ਸੀ ਉਹ ਟੁੱਟ ਜਾਂਦਾ, ਖਤਮ ਹੋ ਜਾਂਦਾ। ਬਾਬਾ ਆਵਣ ਜਾਣ ਰਹੇ ਹੋ, ਤਪਤ ਕੜਾ ਬੁਝ ਗਿਆ ਗੁਰ ਸੀਤਲ ਨਾਮ ਦਿਓ। ਗੁਰਮੁਖ ਕਰਮ, ਗੁਰਮੁਖ ਨੇ ਕਰਮ। ਗੁਰਮੁਖ ਜਿਹੜੇ ਉਹਨਾਂ ਦੇ ਕਰਮ ਕੀਤੇ ਸਫਲ ਆ, ਕਿਉਂਕਿ ਗਲਤ ਕੰਮ ਕਰਦੇ ਹੀ ਨਹੀਂ। ਗਲਤ ਕਰਮ ਜਿਹੜਾ ਉਹੀ ਜੰਮਣ ਮਰਨ ਦਾ ਕਾਰਨ ਹੈ। ਗੁਰਮੁਖ ਨੇ ਕਰਮ। ਗੁਰਮੁਖ ਜਿਹੜੇ ਆ ਉਹ ਕਰਮ ਕਰਤ ਹੋਵੇ ਨਿਹ ਕਰਮ, ਤੇ ਇਸ ਵੈਸਨੋਂ ਕਾ ਨਿਰਮਲ ਧਰਮ। ਕਰਮ ਕਰਕੇ ਉਹਦੇ ਫਲ ਦੀ ਇੱਛਾ ਨਹੀਂ ਕਰਦੇ, ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਐਸੀ ਅਵਸਥਾ ਬਣ ਜਾਂਦੀ। ਗੁਰਮੁਖ ਕਰੇ ਕਰਾਏ, ਕਰੇ ਸੁਭਾਏ ਜੀ। ਗੁਰਮੁਖ ਹਾਂਜੀ ਜਿਹੜੇ ਬਚਨ ਕਰਦੇ ਆ, ਕਥਨ ਕਰਦੇ ਆ, ਉਹ ਕਮਾਉਂਦੇ ਵੀ ਹੈ ਅਤੇ ਫਿਰ ਉਹਦੇ ਨਾਲ ਉਹ ਸੁਭਾਏਮਾਨ ਵੀ ਹੋ ਜਾਂਦੇ ਆ। ਜਿਹੜੇ ਮਨਮੁਖ ਆ, ਕਥਨੀ ਹੈ ਪਰ ਰਹਿਤ ਨਾ ਹੋਈ, ਗੱਲਾਂ ਤਾਂ ਬਹੁਤ ਕਰਦੇ ਆ ਪਰ ਮਰਜ਼ਾਦਾ ਨਹੀਂ। ਜਿਹੜੇ ਗੁਰਮੁਖ ਆ ਉਹ ਫਿਰ ਆਪਣੇ ਜਿਹੜੇ ਵੀ ਕਰਮ ਕਰਦੇ ਕਰਾਉਂਦੇ ਆ, ਸਹੀ ਕਰਮ ਕਰਦੇ ਆ, ਉਹ ਸੁਭਾਏਮਾਨ ਆ, ਸੋਭ ਨਹੀਂ ਕਿਹਾ। ਭਾਵ ਕੀ ਹੈ, ਉਹ ਪਰਮੇਸ਼ਰ ਦਾ ਜਸ ਕਰਨੇ ਕਰਾਉਣ ਵਾਲੇ ਬਣ ਜਾਂਦੇ ਆ, ਜਿਹਨਾਂ ਤੋਂ ਮਿਹਰ ਕਰਦਾ। ਕਿਉਂਕਿ ਆਪਣਾ ਲਾਇਆ ਪਿਰਮ ਨ ਲੱਗੇ, ਜੇ ਲੋਚਿਆ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ ਜਿਹ ਭਾਵੈ ਸੈ ਤੈਂ ਦੇ। ਗੁਰਮੁਖ ਸੁਖੀਆ ਮਨਮੁਖ ਦੁਖੀਆ, ਜਿਹੜੇ ਗੁਰਮੁਖ ਸਦਾ ਹੀ ਸੁਖੀ। ਹੁਣ ਦੇਖੋ ਮਹਾਂਪੁਰਖ 102-3 ਸਾਲ ਦੀ ਅਵਸਥਾ ਭੋਗ ਕੇ ਗਏ ਆ, ਅਖੀਰ ਦਮ ਤੱਕ ਬਾਸਰ ਵੀ ਆਪ ਧੋਣੇ, ਭਾਂਡਾ ਵੀ ਆਪਣਾ ਮਾਂਜਣਾ, ਝਾੜੂ ਵੀ ਆਪਣੇ ਕਮਰੇ ਫੇਰਨਾ। ਜੇ ਉਹਨਾਂ ਦਾ ਕਰਮਕਾਂਡ ਦੇਖੀਏ, ਉਹਨਾਂ ਵਰਗਾ ਕਰਮਕਾਂਡ ਹੀ ਕੋਈ ਨਹੀਂ। ਜੇ ਉਪਾਸਨਾ ਕਾਂਡ ਦੇਖੀਏ, ਉਹਨਾਂ ਵਰਗਾ ਪੂਜਾ ਕਰਨ ਵਾਲਾ ਕੋਈ ਨਹੀਂ। ਇੰਨੀ ਇਸ਼ਟ ਅਤੇ ਸ਼ਰਧਾ ਗੁਰੂ 'ਤੇ। ਨਿਸ਼ਾਨ ਸਾਹਿਬ ਨੂੰ ਕਿੰਨੀਆਂ ਪ੍ਰਕਰਮ, ਗੁਰੂ ਗ੍ਰੰਥ ਕਿੰਨੀਆਂ ਪ੍ਰਕਰਮ, ਚੌਰ ਸਾਹਿਬ ਕਿੰਨੇ ਚਿਰ ਕਰੀ ਜਾਣਾ। ਹਰ ਵੇਲੇ
ਭਿੱਜੇ ਰਹਿੰਦੇ ਸੀ ਨਾਮ ਬਾਣੀ ਦੇ ਵਿੱਚ। ਇਸ ਵਾਸਤੇ ਮਹਾਰਾਜ ਕਹਿੰਦੇ ਆ ਕਿ ਉਹ ਜਿਹੜੇ ਗੁਰਮੁਖ ਪਿਆਰੇ ਆ ਉਹ ਸਦਾ ਸੁਖੀ ਹੈ। ਆਪਣੇ ਸਥਾਨ 'ਤੇ ਨਿਤਨੇਮ ਬਾਣੀ ਸੁਣਦੇ ਆ, ਜਿਵੇਂ ਸਭ ਕੁੰਝ ਤਿਆਗਦਾ ਉਹ ਤਿਆਗ ਹੈ। ਔਰ ਗੁਰਮੁਖ ਸੁਖੀ ਆ, ਗੁਰਮੁਖ ਸਦਾ ਹੀ ਸੁਖੀ ਹੈ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾਮ। ਮਨਮੁਖ ਦੁਖੀ ਆ, ਜਿਹੜੇ ਮਨਮੁਖ ਲੋਕ ਆ, ਕਿੰਨੇ ਮਾਇਆ ਪਦਾਰਥ ਹੋਣ, ਡੰਨ ਲੋਕ ਦੇ ਗਦਿਆਂ 'ਤੇ ਪੈ ਵੀ ਤੜਫੀ ਜਾਂਦੇ ਨੇ, ਦੂਏ ਦਾ ਜਸ ਦੇਖ ਦੇਖ ਕੇ ਸੜੀ ਜਾਂਦੇ ਆ, ਦੂਏ ਦੀ ਮਾਇਆ ਵਿਭੂਤੀ ਦੇਖ ਕੇ, ਗੁਣ ਵਿਦਿਆ ਦੇਖ ਕੇ ਸੜਦੇ। ਕਈ ਵਾਰੀ ਜ਼ਹਿਰਾਂ ਦੇ ਦਿੰਦੇ ਆ ਵੀ ਸਾਤੋਂ ਅੱਗੇ ਨਾ ਕਿਤੇ ਲੰਘ ਗਏ। ਪਰ ਗੁਰਮੁਖ ਸਦਾ ਸੁਖੀ ਹੈ। ਉਹ ਕਹਿੰਦੇ ਜੇ ਰੱਬ ਨੇ ਇਹਨੂੰ ਕੋਈ ਬਖਸ਼ਿਸ਼ ਕੀਤੀ ਹੈ, ਇਹ ਮਾਲਕ ਦੀ ਮੌਜ ਹੈ। ਉਹ ਦੂਏ ਦਾ ਜਸ ਵੈਭਵ ਦੇਖ ਕੇ ਦੁਖੀ ਨਹੀਂ ਹੁੰਦੇ, ਪਰ ਮਨਮੁਖ ਹਰ ਵੇਲੇ ਦੁਖੀ ਹੈ। ਗੁਰਮੁਖ ਸਨਮੁਖ, ਗੁਰਮੁਖ ਸਦਾ ਗੁਰੂ ਦੇ ਸਨਮੁਖ ਰਹਿੰਦੇ ਆ, ਕਿਤੇ ਬੇਮੁਖ ਨਹੀਂ ਹੁੰਦੇ। ਬੰਦ ਬੰਦ ਕੱਟਿਆ ਜਾਏ, ਹਾਰੇ ਫਿਰ ਜਾਣ, ਜੇ ਬੂਰਾ ਨਾ ਮਾਸ ਪਹੁੰਚਿਆ ਜਾਏ, ਬੰਦੇ ਬਾਥਰੂਮ ਭਾਈ ਮਨੀ ਸਿੰਘ ਬੰਦ ਬੰਦ ਕੱਟਿਆ ਜਾਏ, ਪਰ ਉਹ ਸਨਮੁਖ ਰਹਿੰਦੇ। ਭਾਈ ਤਾਰੂ ਸਿੰਘ ਮਨਮੁਖ ਬੇਮੁਖੀ ਆ, ਜਿਹੜੇ ਮਨਮੁਖ ਸਦਾ ਬੇਮੁਖ, ਉਹ ਦੀਨਾ ਮਨ ਸਾਰਾ ਛੱਡ ਕੇ ਬਹਿ ਜਾਂਦੇ ਆ 4 ਦਿਨ ਦੀ ਜ਼ਿੰਦਗੀ ਲਈ, ਪਰ ਇੱਕ ਦਿਨ ਫੇਰ ਵੀ ਸਰੀਰ ਨੇ ਰਹਿਣਾ ਨਹੀਂ। ਅਤੇ ਧੰਨ ਧੰਨ ਬਾਬਾ ਵੀਰ ਸਿੰਘ ਨਰੰਗਾਵਾਲ ਕਹਿੰਦੇ ਜਿਹਦਾ ਧਰਮ ਰਿਹਾ ਸਭ ਕੁਝ ਰਿਹਾ, ਜਿਹਦਾ ਧਰਮ ਨਹੀਂ ਰਿਹਾ ਕੁਛ ਵੀ ਨਹੀਂ ਰਿਹਾ। ਗੁਰਮੁਖ ਮਿਲੀ ਆ ਗੁਰਮੁਖ ਵਿੱਚ, ਗੁਰਮੁਖ ਜਿਹੜੇ ਆ ਗੁਰਮੁਖਤਾਈ ਕਰਕੇ ਪਰਮੇਸ਼ਰ ਮਿਲਦਾ, ਅਤੇ ਮਨਮੁਖ ਜਿਹੜੇ ਸਦਾ ਵਿਛੜੇ ਹੋਏ ਆ। ਗੁਰਮੁਖ ਬਿਧ ਪ੍ਰਗਟਾਏ ਜੇ, ਜਿਹੜੇ ਗੁਰਮੁਖ ਪਿਆਰੇ ਆ ਉਹ ਫਿਰ ਹਾਂਜੀ ਉਹ ਜਿਹੜੀ ਗਿਆਨ ਪ੍ਰਾਪਤੀ ਵਿਧੀ ਹੈ ਇਹਨੂੰ ਪ੍ਰਗਟ ਕਰਦੇ ਆ। ਜਦੋਂ ਉਹਨਾਂ ਦੀ ਸ਼ਰਨ ਕੋਈ ਜਾਂਦਾ ਆ ਹਾਂਜੀ, ਅਥਾਤੋ ਬ੍ਰਹਮ ਜਗਿਆਸਾ, ਬ੍ਰਹਮ ਦੇ ਮਿਲਣੇ ਦੀ ਤੁਮ ਜਗਿਆਸਾ ਕਰੋ। ਉਹ ਫਿਰ ਕਹਿੰਦੇ ਆ ਸਰਵਣ ਮੰਨਣ ਨਿਦਿਆਸਨ ਤਾਤੋਂ ਦਾ ਸੋਧਨ, ਵਿਵੇਕ ਬੈਰਾਗ ਹਟ ਸੰਮਤੀ ਮੋਕਸ਼ ਇੱਛਾ। ਕੋਈ ਨਾ 8 ਸਾਧਨਾਂ ਦੇ ਸੰਯੁਕਤ ਹੋ ਜਾਂਦੇ ਆ, ਉਹ ਅਧਿਕਾਰੀ ਜਾਣ ਕੇ ਫਿਰ ਉਹਨੂੰ ਉਪਦੇਸ਼ ਦਿੰਦੇ ਆ, ਅਤੇ ਫਿਰ ਉਹਨਾਂ ਦੇ ਅੰਦਰ ਸਰੀਰ ਦੇ ਤਲ ਤੋਂ ਉੱਪਰ ਉੱਠ ਗਿਆ, ਇੰਦਰੀਆਂ ਦੇ ਤਲ ਤੋਂ ਉੱਠ ਗਿਆ, ਮਨ ਬੁੱਧੀ ਤੋਂ ਉੱਪਰ ਉੱਠ ਗਿਆ, ਫਿਰ ਆਤਮਾ ਪਾਦਨਾ ਉਹਨਾਂ ਦੀ ਰਸਾਈ ਹੋ ਜਾਂਦੀ ਹੈ ਸ਼ਬਦ ਸੁਰ ਦਾ ਅਭਿਆਸ ਕਰ ਕਰਕੇ। ਗੁਰਮੁਖ ਅੱਖਰ ਜਿਤ ਧਾਵਤ ਰਹਿਤਾ, ਗੁਰਮੁਖ ਉਪਦੇਸ਼ ਦੁੱਖ ਸੁੱਖ ਸਮ ਸਹਿਤਾ। ਜਿਹੜੇ ਗੁਰੂ ਦਾ ਅੱਖਰ ਓਂਕਾਰ ਪੜ੍ਹਨ, ਇਹਦੇ ਨਾਲ ਗੁਰਮੁਖ ਸ਼ਬਦ ਦੀ ਕਮਾਈ ਕਰਕੇ ਉਹਨਾਂ ਦਾ ਮਨ ਦੌੜਨ ਤੋਂ ਰਹਿਤ ਹੋ ਜਾਂਦਾ। ਧੰਨ ਧੰਨ ਬਾਬਾ ਜਵਾਲਾ ਮਹਾਰਾਜ ਨੂੰ ਪੁੱਛਿਆ, ਮਹਾਰਾਜ ਤੁਸੀਂ ਦੁਇਆਂ ਪ੍ਰਾਂਤਾਂ ਜਾਂਦੇ, ਉੱਥੇ ਵੀ ਤੁਹਾਨੂੰ ਸਾਧੂ ਮਿਲਦੇ ਆ, ਬੋਲੀ ਕਿਵੇਂ ਸਮਝ ਆਉਂਦੀ? ਕਹਿੰਦੇ ਜਿਹੜੇ ਉੱਥੇ ਪਹੁੰਚ ਜਾਂਦਾ ਬੋਲੀ ਇੱਕੋ ਹੀ ਹੋ ਜਾਂਦੀ। ਕਹਿੰਦੇ ਮਹਾਰਾਜ ਉਹ ਬੋਲੀ ਕਿਹੜੀ ਹੈ? ਕਹਿੰਦੇ ਇੱਕ ਓਂਕਾਰ, ਉੱਥੇ ਇਹੀ ਬੋਲੀ ਹੋ ਜਾਂਦੀ, ਕਿਉਂਕਿ ਇਸ ਸ਼ਬਦ ਦਾ ਸਾਰਾ ਪਸਾਰਾ ਓਂਕਾਰ ਬ੍ਰਹਮਾ ਉਤਪਤ ਓਂਕਾਰ ਕੀ ਅਜਿੰਚਿਤ ਓਂਕਾਰ ਸਹਿਜ ਪਾਏ, ਓਂਕਾਰ ਵੇਦ ਨਿਰਮੈ। ਇਹ ਸ਼ਬਦ ਕਹਿ ਕੇ ਆ ਸਾਰਾ ਕੁਝ, ਸ਼ਬਦ ਹੀ ਸਭ ਉਪਤ ਹੋਵੇ, ਸ਼ਬਦ ਵਿੱਚ ਸਥਿਤੀ ਹੈ, ਸ਼ਬਦ ਦੁਆਰਾ ਹੀ ਪਰ ਲੋ ਹਰਨ ਭਨ ਜਾਗਰ ਨਿਤਰ ਫੋਰ। ਗੁਰਮੁਖ ਇਹ ਜਿਹੜਾ ਇੱਕ ਓਂਕਾਰ ਦਾ ਅੱਖਰ ਹੈ, ਇਹਦੀ ਕਮਾਈ ਕਰਕੇ ਜਿਹੜਾ ਦੌੜਨ ਵਾਲਾ ਮਨ ਸੀ ਨਾ, ਇਹਦੀ ਨਾਸਣ ਭਾਜਨ ਠਾਕੇ ਅਵਸਥਾ ਪ੍ਰਾਪਤ ਹੋ ਜਾਂਦੀ। ਦੇਖੋ ਮਹਾਂਪੁਰਖ 84 ਤੋਂ ਜਿਉਂ ਅਖੰਡ ਪਾਠ ਗੁਰਦੁਆਰੇ ਕਦੀ ਬਾਹਰ ਜਾਣ ਦਾ ਫੁਰ ਨਹੀਂ, ਸੇਵਾਦਾਰਨ ਵੀ ਇਹੋ ਜਿਹਾ ਬਣਾਤਾ, ਸਕਲਪ ਤੋਂ ਰਹਿਤ, ਐਸੀ ਗੰਭੀਰ ਬਿਰਤੀ ਬਣ ਜਾਂਦੀ। ਗੁਰਮੁਖ ਉਪਦੇਸ਼ ਦੁੱਖ ਸੁੱਖ ਸਮ ਸਹਿਤਾ, ਜਿਹੜੇ ਗੁਰਮੁਖਾਂ ਦੁਆਰਾ ਉਪਦੇਸ਼ ਲੈ ਕੇ ਕਮਾਈ ਕਰਦੇ ਆ, ਉਹ ਦੁੱਖ ਸੁੱਖ ਨੂੰ ਸਮਾਨ ਚੱਲਦੇ ਆ, ਸਹਾਰਦੇ ਆ, ਸਮਦ੍ਰਿਸ਼ਟੀ ਹੋ ਜਾਂਦੀ। ਉਹ ਕਹਿੰਦੇ ਵੀ ਦੁੱਖ ਸੁੱਖ ਪ੍ਰਭ ਦੇਵਨਹਾਰ, ਖਬਰ ਧਾਤੂ ਦੇ ਚਿਤਾਰ। ਜਿਵੇਂ ਕੁੱਤਾ ਜਿਹੜਾ ਉਹਦੇ ਢੀਮ ਮਾਰੋ ਢੀਮ ਵੱਲ ਦੌੜਦਾ, ਸ਼ੇਰ ਜਿਹੜਾ ਮਾਰਨ ਵਾਲਾ ਬਦਲ ਜਾਂਦਾ। ਉਹ ਕਹਿੰਦੇ ਉਹਦੇ ਹੁਕਮ 'ਚ ਜੇ ਦੋਖਿਆ ਮੇਰੇ ਪਾਪ ਕਰਮ ਦਾ ਫਲ ਲਿਆ, ਸੋ ਗਿਆ ਉਹਦੀ ਬਖਸ਼ਿਸ਼ ਹੈ। ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ, ਗੁਰਮੁਖਾਂ ਦੀ ਚਾਲ ਰੀਤੀ ਕੀ ਹੈ?
ਉਹ ਹਮੇਸ਼ਾ ਪਾਰਬ੍ਰਹਮ ਪਰਮੇਸ਼ਰ ਨੂੰ ਧਿਆਉਂਦੇ ਹੈ। ਅਤੇ ਇਹ ਧਿਆਉਣ ਦਾ ਉਪਦੇਸ਼ ਦਿੰਦੇ ਦੇ ਨਾਮ ਜਪਣ ਦਾ। ਗੁਰਮੁਖ ਕੀਰਤਨ ਗਾਏ ਜੀ, ਗੁਰਮੁਖ ਉਹਦਾ ਸਦਾ ਹੀ ਜਸ ਗਾਉਂਦੇ, ਚਾਹੇ ਕੀਰਤਨ ਦੁਆਰਾ, ਚਾਹੇ ਸੁਤੇ ਸਤ ਬਚਨਾਂ ਦੁਆਰਾ, ਚਾਹੇ ਕਥਾ ਪ੍ਰਚਾਰ ਦੁਆਰਾ, ਜਾਂ ਨਾਮ ਅਭਿਆਸ ਦੁਆਰਾ, ਹਰ ਵੇਲੇ ਉਹਦਾ ਜਸ ਗਾਉਂਦੇ ਆ। ਸਗਲੀ ਬਣਤ ਬਣਾਈ ਆਪੇ, ਆਪੇ ਕਰੇ ਕਰਾਏ ਜੀ। ਉਹ ਪਰਮੇਸ਼ਰ ਨੇ ਇਹ ਸਾਰੀ ਬਨਾਵਟ ਆਪੇ ਹੀ ਬਣਾਈ ਹੈ, ਆਪੇ ਸਾਰੇ ਕਾਰਨਾਂ ਨੂੰ ਕਰਨ ਕਰਾਉਣ ਵਾਲਾ ਹੈ, ਅਤੇ ਆਪੇ ਹੀ ਉਹ ਥਾਪਣ ਵਾਲਾ ਆ, ਆਪੇ ਹੀ ਉਹ ਥਾਪਣ ਵਾਲਾ ਆ, ਇੱਜ਼ਤ ਕਰਨ ਵਾਲਾ ਆ, ਆਪੇ ਹੀ ਇਹ ਸੰਸਾਰ ਦੀ ਰਚਨਾ ਨੂੰ ਪਰਲੋ ਕਰਨ ਵਾਲਾ ਆ। ਸਾਰਾ ਕੁਛ ਉਹਦੇ ਹੁਕਮ 'ਚ ਹੀ ਹੈ। ਇੱਕ ਸਤੇ ਹੋਇਓ ਅਨੰਤਾ ਨਾਨਕ ਇੱਕ ਸਮਾਏ ਸਮਾਏ ਜੀ। ਪਰ ਜਿਹੜੇ ਗੁਰਮੁਖ ਪਿਆਰੇ ਆ ਉਹ ਜਾਣਦੇ ਪਰਮਾਤਮਾ ਇੱਕੋ ਹੀ ਆ, ਅਨੇਕ ਹੈ ਪਰ ਇੱਕ ਹੁੰਦਾ ਹੋਇਆ ਵੀ ਅਨੇਕਤਾ ਵਿੱਚ ਮਾਇਆ ਕਰਕੇ ਹੈਗਾ ਇੱਕੋ ਹੀ। ਇੱਕ ਸੀ ਜਦੋਂ ਬੁਰਨਾ ਕੀਤਾ ਇੱਕੋ ਹਮ ਸਿਆਮ ਬਹੁ ਕਰਜਾ ਜੇ, ਫਿਰ ਅਨੰਤ ਰੂਪ ਹੋ ਗਿਆ। ਕੀਤਾ ਪਸਾਓ ਇੱਕੋ ਕਵਾਓ ਆ ਗਿਆ। ਉਹ ਅਨੰਤ ਹੈ, ਇੱਕ ਸਤੇ ਹੋਇਓ ਅਨੰਤਾ, ਇੱਕ ਤੋਂ ਅਨੰਤ ਰੂਪ ਪੈਦਾ ਕਰਦੇ। ਆਪੇ ਹਰ ਇੱਕ ਰੰਗ ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈ ਗਲ ਚੰਗੀ। ਨਾਨਕ ਇੱਕ ਸਮਾਏ ਸਮਾਏ ਜੀ। ਪਰ ਜਿਹੜੇ ਗੁਰਮੁਖ ਪਿਆਰੇ ਆ ਸ਼ਬਦ ਦੀ ਕਮਾਈ ਕਰਕੇ ਫਿਰ ਇੱਕ ਪਰਮੇਸ਼ਰ ਦੇ ਵਿੱਚ ਸਮਾ ਜਾਂਦੇ ਆ। ਸੂਰਜ ਕਿਰਨ ਮਿਲੈ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥਿਆ ਰਾਮ। ਜਿਉਂ ਜਲ ਮੈਂ ਜਲਾਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਗਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਸੋ ਇਸ ਵਾਸਤੇ ਜਿਹੜੇ ਐਸੇ ਮਹਾਂਪੁਰਖ ਆ ਉਹਨਾਂ ਨੂੰ ਬਾਣੀ ਕਹਿੰਦੀ ਹੈ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸੋ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ, ਉਹਨਾਂ ਦਾ ਬੜਾ ਅਲੌਕਿਕ ਜੀਵਨ ਸੀ। ਕਿਸੇ ਵੀ ਪੱਖ ਨੂੰ ਛੋ, ਹਰ ਪਾਸੇ ਜਿਵੇਂ ਮਿਸ਼ਰੀ ਦਾ ਕੋਈ ਕਣ ਲੈ ਲਓ ਮਿਠਾਸ ਨੂੰ ਭਰਿਆ, ਘਿਓ ਦਾ ਕੋਈ ਪੱਖ ਲੈ ਲਓ ਧੰਦਿਆਈ ਨਾਲ ਭਰਿਆ। ਅਤੇ ਮਹਾਂਪੁਰਖਾਂ ਦੇ ਜੀਵਨ 'ਚੋਂ ਕੋਈ ਪਕਸ਼ ਲੈ ਲਓ, ਹਰ ਪੱਖ ਵਿੱਚ ਨਾਮ ਬਾਣੀ ਦੀ ਸੁਗੰਧੀ ਜਿਹੜੀ ਹੈ ਭਰੀ ਹੋਈ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖ ਸਗਲੀ ਗਣਤ ਮਿਟਾਵੈ। ਇਸ ਵਾਸਤੇ ਅੱਜ ਮਹਾਂਪੁਰਖਾਂ ਦੇ ਇਹ ਦੁਸਹਿਰੇ ਦਾ ਸਮਾਗਮ ਨਗਰ ਪਿੰਡਰਾਂ 'ਚ, ਜੋ ਧੰਨ ਧੰਨ ਬਾਬਾ ਖਜਾਨ ਸਿੰਘ ਜੀ, ਧੰਨ ਧੰਨ ਬਾਬਾ ਸੁੰਦਰ ਸਿੰਘ ਜੀ, ਧੰਨ ਧੰਨ ਬਾਬਾ ਇੰਦਰ ਸਿੰਘ ਮਹਾਂਪੁਰਖਾਂ ਦੀ ਤਪੋ ਭੂਮੀ ਸੀ। ਉਸ ਸਥਾਨ 'ਤੇ ਮਹਾਂਪੁਰਖਾਂ ਨੇ, ਬਾਬਾ ਸੁੰਦਰ ਸਿੰਘ ਜੀ ਨੇ ਇਹ ਬ੍ਰਹਮ ਵਿਦਿਆ ਦੀ ਸੰਪਰਦਾ ਜਿਹੜੀ ਭਾਈ ਸਾਹਿਬ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਤੋਂ ਚੱਲੀ ਆ ਰਹੀ ਸੀ, ਲੰਮਾ ਸਮਾਂ ਸੇਵਾ ਮਹਾਂਪੁਰਖਾਂ ਨੇ ਦੇ ਸੰਪਰਦਾ ਵਿਚਰ ਕੇ ਬ੍ਰਹਮ ਵਿਦਿਆ ਦਾ, ਅੰਮ੍ਰਿਤ ਦਾ, ਨਾਮ ਬਾਣੀ ਦਾ ਪ੍ਰਵਾਹ ਚਲਾਉਂਦੇ ਰਹੇ। ਔਰ 1930 ਵਿੱਚ ਸ਼੍ਰੀਮਾਨ ਬਾਬਾ ਸੁੰਦਰ ਸਿੰਘ ਮਹਾਰਾਜ ਸੱਚਖੰਡ ਗਏ। ਉਹਨਾਂ ਤੋਂ ਬਾਅਦ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੂੰ ਇਹ ਸੇਵਾ ਸੌਂਪੀ ਗਈ। ਉਹਨਾਂ ਮਹਾਂਪੁਰਖਾਂ ਨੇ 1969 ਤੱਕ ਇਹ ਸੇਵਾ ਨਿਭਾਈ। ਉਹਨਾਂ ਤੋਂ ਬਾਅਦ ਸੰਤ ਗਿਆਨੀ ਮੋਹਨ ਸਿੰਘ ਜੀ ਨੂੰ ਇਹ ਸੇਵਾ ਮਹਾਂਪੁਰਖਾਂ ਨੇ ਹੁਕਮ ਕਰਕੇ ਦਿੱਤੀ, ਅਤੇ ਮਹਾਂਪੁਰਖਾਂ ਨੇ ਬੜੀ ਤਨਦੇਹੀ ਦੇ ਨਾਲ ਕਿੰਨੇ ਵਿਦਿਆਰਥੀਆਂ ਨੂੰ ਇਹ ਬ੍ਰਹਮ ਵਿਦਿਆ ਦੀ ਦਾਤ ਦਿੱਤੀ। ਅੰਮ੍ਰਿਤ ਛਕਾਏ, ਬੁਰਾਈਆਂ ਛਡਾਈਆਂ, ਨਾਮ ਬਾਣੀ ਦਾ ਪ੍ਰਵਾਹ ਚਲਾਇਆ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸੇਖੀ, ਜੋ ਆਪ ਜਪੈ ਅਵਰ ਹੈ ਨਾਮ ਜਪਾਵੈ। ਆਪ ਵੀ ਜਪਦੇ ਹੈ ਅਤੇ ਦੋਹਾਂ ਨੂੰ ਵੀ ਉਹ
ਜਪਾਉਂਦੇ ਆ ਅਤੇ ਸਾਰੇ ਸੰਸਾਰ ਦਾ ਭਲਾ ਸੋਚਦੇ ਆ, ਕਿਸੇ ਦਾ ਬੁਰਾ ਨਹੀਂ ਸੋਚਦੇ, ਕਿਉਂਕਿ ਵੀਰਾ ਆਪਨ ਬੁਰਾ ਮਿਟਾਵੈ ਤਾਹੂੰ ਬੁਰਾ ਨਿਕਟ ਨਹੀਂ ਆਵੈ। ਇਸ ਵਾਸਤੇ ਉਹਨਾਂ ਦੀ ਦ੍ਰਿਸ਼ਟੀ ਐਸੀ ਹੁੰਦੀ ਹੈ, ਸਰਵੇ ਭਵੰਤੂ ਸੁਖੀ ਨਾ ਸਰਵੇ ਸੰਤੂ ਨਿਰਮਇਆ, ਔਰ ਸਾਰਿਆਂ ਦੇ ਉੱਤੇ ਉਹ ਦਇਆ ਕਰਦੇ ਆ। ਸੋ ਕਿੰਨਾ ਲੰਮਾ ਸਮਾਂ ਮਹਾਂਪੁਰਖਾਂ ਨੇ ਇਹ ਕਿਰਪਾ ਕੀਤੀ। ਤਕਰੀਬਨ 51 ਸਾਲ ਉਹ ਸੇਵਾ ਨਿਭਾਵੇ ਅਤੇ ਉਸ ਮਾਲਕ ਦੀ ਬੰਦਗੀ ਕਰਦਿਆਂ ਕਰਦਿਆਂ ਉਹਨਾਂ ਨੇ ਜੀਵਨ ਮੁਕਤੀ ਦਾ ਆਨੰਦ ਲਿਆ। ਪ੍ਰਭੂ ਕੀ ਆਗਿਆ ਆਤਮਹਤ ਆਵੈ, ਜੀਵਨ ਮੁਕਤ ਸੂਖ ਕਹਾਵੈ, ਤੈਸਾ ਹਰਖ ਤੈਸਾ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਅਵਸਥਾ ਉਹਨਾਂ ਦੀ ਹੁੰਦੀ ਹੈ। ਸੋਨਾ ਮਿੱਟੀ ਨੂੰ ਇੱਕ ਬਰਾਬਰ ਹੀ ਸਮਝਦੇ ਆ, ਕਿਉਂਕਿ ਉਹ ਸੋਨਾ ਮਿੱਟੀ ਦਾ ਹੀ ਵਕਾਰ ਆ। ਚਾਂਦੀ ਲਾ ਲਓ, ਜਿੰਨੀਆਂ ਧਾਤਾਂ, ਇਹ ਸਾਰਾ ਮਿੱਟੀ ਦਾ ਹੀ ਵਕਾਰ ਆ। ਪਰ ਆਮ ਬੰਦਾ ਇਹਨਾਂ ਚੀਜ਼ਾਂ ਦੇ ਵਿੱਚ ਭਰਮ ਜਾਂਦਾ। ਪਰ ਜਿਹੜੇ ਮਹਾਂਪੁਰਖ ਆ ਉਹਨਾਂ ਦੀ ਅਵਸਥਾ ਜਿਹੜੀ ਬੜੀ ਅਲੌਕਿਕ ਹੁੰਦੀ ਹੈ। ਇਹ ਚੀਜ਼ਾਂ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ, ਕਿਉਂਕਿ ਉਹਨਾਂ ਨੇ ਇੱਕ ਨਿਰੰਕਾਰ ਦੇ ਨਾਲ ਆਪਣੀ ਸੁਰਤੀ ਬਿਰਤੀ ਜਿਹੜੀ ਹੈ ਜੋੜ ਲਈ ਹੈ। ਔਰ ਇਸ ਕਰਕੇ ਉਹਨਾਂ ਦੇ ਅੰਦਰ ਇਹ ਆਸਕਤੀ ਜਿਹੜੀ ਹੈ ਇਹ ਟੁੱਟ ਜਾਂਦੀ ਹੈ। ਪ੍ਰਭ ਕੀ ਆਗਿਆ ਆਤਮ ਹਤਾਵੈ, ਜੀਵਨ ਮੁਕਤ ਸੂਖ ਆਵੈ, ਤੈਸਾ ਹਰਖ ਤੈਸਾ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕੋ ਪੁਰਖ ਕਹੀਏ ਜੀਵਨ ਮੁਕਤ। ਉਹ ਜੀਵਨ ਮੁਕਤ ਆ। ਔਰ ਸਰੀਰ ਤਿਆਗਣ ਤੋਂ ਬਾਅਦ ਫਿਰ ਜਿਹੜੀ ਵਿਦੇਹ ਮੋਕਸ਼ ਹੈ ਉਹਨੂੰ ਉਹ ਪ੍ਰਾਪਤ ਕਰ ਲੈਂਦੇ, ਕਿਉਂਕਿ ਮਹਾਂਪੁਰਖਾਂ ਦੇ ਜੀਵਨ ਬਾਰੇ ਵਰਣਨ ਕਰਨਾ ਬੜਾ ਔਖਾ, ਕਿਉਂਕਿ ਅਗਮ ਅਗਾਧ ਪਾਰਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ, ਤੁਮ ਮੀਤਾ ਨਾਨਕ ਬਿਨਵੰਤਾ, ਸਾਧ ਜਨਾਂ ਕੀ ਅਚਰਜ ਕਥਾ। ਉਹਨਾਂ ਦੀ ਕਥਾ ਤਾਂ ਅਸਚਰਜਮਈ ਹੈ ਅਤੇ ਉਹਦੇ ਬਾਰੇ ਵਰਣਨ ਕਰਨਾ ਬੜਾ ਔਖਾ। ਸੋ ਅੱਜ ਦਰਬਾਰ ਸਾਹਿਬ ਦੇ ਸਿੰਘ ਸਾਹਿਬ, ਤਖਤਾਂ ਦੇ ਜਥੇਦਾਰ ਔਰ ਸਾਰੇ ਅਸਥਾਨਾਂ ਦੇ ਮਹਾਂਪੁਰਖ ਔਰ ਬੇਅੰਤ ਸੰਗਤਾਂ, ਨਗਰ ਦੀਆਂ ਪੰਚਾਇਤਾਂ, ਪਿੰਡਰਾਂ, ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਸਰਬਸੰਮਤੀ ਨਾਲ, ਸਾਰਾ ਸੰਤ ਸਮਾਜ, ਨਿਰਮਲ ਪੰਚਾਇਤੀ ਅਖਾੜਾ ਔਰ ਅਸਥਾਨ ਦੇ ਜਿਹੜੇ ਸੇਵਾਦਾਰ 5 ਮਹਾਂਪੁਰਖ ਆਪ ਨਿਯੁਕਤ ਕਰ ਗਏ, ਸਾਰੀ ਸੰਗਤ ਦੀ ਸਹਿਮਤੀ ਦੇ ਨਾਲ ਮਹੰਤ ਕਪੂਰ ਸਿੰਘ ਜੀ ਨੂੰ ਸੇਵਾ ਜਿਹੜੀ ਹੈ ਸੰਗਤ ਨੇ ਦਸਤਾਰਬੰਦੀ ਕੀਤੀ, ਸਰੂਪੇ ਦਿੱਤੇ, ਸੇਵਾ ਬਖਸ਼ੀ ਹੈ। ਮਹਾਰਾਜ ਕਿਰਪਾ ਕਰਨ। ਇਸ ਤਰ੍ਹਾਂ ਜਿਵੇਂ ਸੰਪਰਦਾ ਅੱਗੇ ਦਿਨ ਦੂਰ ਰਾਤ ਚੌਗੁਣੀ ਤਰੱਕੀ ਕਰਦੀ ਆ ਰਹੀ ਹੈ। ਪਹਿਲੇ ਮਹਾਂਪੁਰਖ 4 ਚੰਨ ਲਾਏ ਆ। ਇਸ ਤਰ੍ਹਾਂ ਆਉਣ ਵਾਲੇ ਸੇਵਾਦਾਰ ਵੀ ਰਲ ਮਿਲ ਕੇ ਪਿਆਰ ਦੇ ਨਾਲ ਮਹਾਂਪੁਰਖਾਂ ਦੇ ਪਾਏ ਹੋਏ ਪੂਰਨਿਆਂ ਦੇ ਚੱਲਦਿਆਂ ਹੋਇਆਂ ਸੰਪਰਦਾ ਦੀ ਜੋ ਸੇਵਾ ਉਹਨੂੰ ਨਿਭਾਉਂਦਿਆਂ ਹੋਇਆਂ ਗੁਰੂ ਖਾਲਸਾ ਪੰਥ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਆਏ ਹੋਏ ਸਾਰੇ ਮਹਾਂਪੁਰਖਾਂ ਦਾ
ਸਾਰੀਆਂ ਸੰਗਤਾਂ ਦਾ, ਅਸਥਾਨ ਦੇ ਸਾਰੇ ਸੇਵਾਦਾਰ ਔਰ ਸਹਿਯੋਗੀ ਜਿੰਨੀ ਸੰਗਤ ਹੈ, ਵੱਡੇ ਛੋਟੇ, ਸਾਰਿਆਂ ਨੂੰ ਜੀ ਆਇਆਂ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਔਰ ਧੰਨ ਧੰਨ ਬਾਬਾ ਸੁੰਦਰ ਸਿੰਘ ਜੀ ਮਹਾਰਾਜ। ਉਹਨਾਂ ਦੀ ਉਹ ਤਪੋ ਭੂਮੀ ਹੈ ਅਤੇ ਐਸੀ ਕਲਾ ਵਰਤੀ ਹੈ, ਬੜਾ ਸਤੋਗੁਣ ਰਿਹਾ। ਲੰਗਰਾਂ ਪੱਖੋਂ ਲੈ ਲਓ, ਬਾਕੀ ਸੇਵਾਵਾਂ ਜਿੰਨੀਆਂ ਪਾਠਾਂ ਦੀਆਂ ਅਤੇ ਸੰਤ ਸਮਾਗਮ ਹੋਇਆ, ਬਾਣੀ ਦੇ ਕਥਾ ਪ੍ਰਚਾਰ ਹੋਇਆ, ਹਰ ਪੱਖ ਵਿੱਚ ਆਪ ਸਹਾਈ ਹੋਆ, ਸੱਚੇ ਕਾ ਸੱਚਾ ਟੋਆ। ਸੰਤਾਂ के कारज आप खुलाया, हर काम करा बनाया राम, जिसका कार्य नहीं किया मानस क्या बेचारा राम। गुरु महाराज ने आप ही कृपा करके, बख्शिश करके ये सारा समागम जिहड़ा सी बड़ी शांति दे नाल संपन्न कराया। सो गुरु महाराज का कोटान कोट धन्नवाद है कि सच्चे पातशाह ने आप सहाई हो के जिस तरह के महापुरुष सी उस तरह का ही समागम होया। क्योंकि वड्डियां पुरुषों की कमाई हुंदी है। बाबा ज्वाला सिंह महाराज बचन करते थे कि यह साधु की तपस्या का बाद च पता लगता। तो पंजाबी की कहावत भी है कि हाथी जींदा लखदा मरिया सवा लखदा। तो महापुरखों की कमाई का उदों पता लगता जदों अस्थान के उत्ते ऐसा इन्नियां दस्तारां इन्ने नाम आए। मैं कहना कोई बहुत बड़ा पुस्तक लिखा जाए, क्योंकि महापुरखों का जीवन बड़ा अलौकिक सी। सर्वे भवंतु सुखी न, सर्वे संतु निर्मया, सर्वे भद्राणी पश्यंतु माँ कश्चित दुख भाग भवेत। इस वास्ते महापुरखों ने किन्ना प्यार, किन्नी शरधा वंडी, किन्ने विद्यार्थियों ये ब्रह्म विद्या की दात दी है। भाई अवतार सिंह जी हैं, ज्ञानी भजन सिंह है और इस तरह बेअंत ज्ञानी है जिन्हों के भाई भगवान सिंह जी है, तो महंत कपूर सिंह जी, ज्ञानी इंद्रजीत सिंह जी, ज्ञानी पूरन सिंह जी दिल्ली वाले। जे ना गिणिया तो बहुत बड़ी फरिश्त है जिन्होंने महापुरखों तो ये ब्रह्म विद्या दी दातां लैके जगह जगह विचर के देसां प्रदेशों धन श्री गुरु नानक साहिब की सिक्खी का प्रचार करके गुरु महाराज दियां खालसा पंथ दियां खुशियां प्राप्त कर रहे हैं। तो जिन्नी संगत आई है सारियां दा ही बहुत बहुत धन्नवाद। प्रबंधकों का भी, संगतों का भी। गुरु महाराज सबनों नामदान, सिक्खी दान, भरोसा, तंदुरुस्ती बख्शिश करन और खालसा पंथ विच एकता, इतफाक, प्यार, चढ़दी कला बख्शिश करन। हर संतन कर नमो नमो, नानक पावै तुल सुखो। ऐसे जिहड़े महापुरख है उन्होंने कोटान कोट वारी नमन करते हैं। उन्होंने जीवन तो संगत नूं बड़ियां जिहड़ियां सेधां वो प्राप्त होंदियां। इस वास्ते ये गुरु महाराज की कृपा नाल उन्हां दी तां अवस्था ऐसी सी, अब तो जाए चढ़े संघासन, मिल है सारंग पानी, राम कबीरा एक पए हैं, कोई न सकै पेशानी। कबीर मन निर्मल पाया, जैसे गंगा नीर, पाछे लगो हर फिर कहत कबीर कबीर। सो श्रीमान संत बाबा मोहन सिंह जी
ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਆਪਣੇ ਨਿਜ ਧਾਮ ਸੱਚਖੰਡ ਚਲੇ ਗਿਆ। ਪਰ ਜਨ ਦੀਪਕ ਤੇ ਦੀਪ ਜਗਾਇਓ, ਜਿਵੇਂ ਬਲਦਾ ਦੀਵਾ ਦੂਜੇ ਦੀਵਿਆਂ ਨੂੰ ਜਗਾ ਦਿੰਦਾ, ਘਿਓ ਬੱਤੀ ਹੋਵੇ। ਕਿੰਨੇ ਦੀਪਕ ਉਹ ਗਿਆਨ ਦੀਵੇ ਪੈਦਾ ਕਰ ਗਏ। ਮਹਾਂਪੁਰਖ ਸਦਾ ਹੀ ਅਜਰਿਆ ਅਮਰਿਆ ਅਵਿਨਾਸੀ ਹੈ, ਕਿਉਂਕਿ ਉਹਨਾਂ ਦੀ ਆਤਮਾ ਅਮਰ ਹੈ। ਨਾ ਜਾਏ ਤੇ ਮਿਰਤੇ ਨਾ ਕਦਾਚਨ, ਨਾ ਹਨ ਭੂਤ ਭਾਵਤਾ ਬਾਨਮ ਪੂਜਾ ਅਜੋ ਨੇ ਹਾਂ ਸ਼ਾਸ਼ਵਤੋ ਨਾ ਹਨੂਮਾਨੇ ਹਨੂਮੰਤੇ ਸਰੀਰੇ। ਸਰੀਰ ਦੇ ਹੰਨਣ ਨਾਲ ਆਤਮਾ ਦਾ ਹੰਨਣ ਨਹੀਂ ਹੁੰਦਾ, ਉਹ ਅਮਰ ਅਵਸਥਾ ਨੂੰ ਪ੍ਰਾਪਤ ਕਰ ਗਏ ਹੈ, ਕਿਉਂਕਿ ਅੰਮ੍ਰਿਤ ਪੀਵੈ ਅੰਮ੍ਰਿਤ ਸੂਹੇ। ਇਸ ਕਰਕੇ ਮਹਾਂਪੁਰਖਾਂ ਨੂੰ ਅਸੀਂ ਨਮਨ ਕਰਦੇ ਹਾਂ। ਸੱਚੇ ਪਾਤਸ਼ਾਹ ਕਿਰਪਾ ਕਰਨ, ਇਸ ਤਰ੍ਹਾਂ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਅਸਥਾਨਾਂ ਦੀ ਚੜ੍ਹਦੀ ਕਲਾ ਹੋਵੇ, ਆਪਸ ਵਿੱਚ ਭਰਾਤਰੀ ਪਿਆਰ ਪ੍ਰੇਮ ਸ਼ਰਧਾ ਭਾਵ ਪੈਦਾ ਹੋਵੇ। ਸਾਰੀ ਸੰਗਤ ਨੂੰ ਬੜੀ ਨਿਮਰਤਾ ਦੇ ਨਾਲ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।